ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਨਾਲ ਹਾਜ਼ਰ ਹਾਂ। ਜਿਵੇਂ ਕਿ ਅਕਸਰ ਅਸੀਂ ਆਪਣੇ ਪ੍ਰੋਗਰਾਮਾਂ ਵਿੱਚ ਵਿਦਵਾਨਾਂ ਨੂੰ ਲਿਆ ਕੇ ਆਪ ਜੀ ਨਾਲ ਸਾਂਝ ਕਰਾਉਂਦੇ ਹਾਂ, ਉਸੇ ਲੜੀ ਤਹਿਤ ਅੱਜ ਮੇਰੇ ਨਾਲ ਪ੍ਰਿੰਸੀਪਲ ਸੁਖਵੀਰ ਸਿੰਘ ਬੁੱਲੀਨਾ, ਜਿਹੜੇ ਕਿ ਸਰੀ ਦੇ ਵਿੱਚ ਇੱਕ ਸਕੂਲ ਚੱਲਦਾ ਹੈ ਜੀ, ਇੰਡੀਪੈਂਡੈਂਟ ਸਕੂਲ ਕਹਿੰਦੇ ਇੱਥੇ, ਜਿਹਨੂੰ ਆਪਾਂ ਪੰਜਾਬ 'ਚ ਪ੍ਰਾਈਵੇਟ ਸਕੂਲ ਕਹਿੰਦੇ ਹੁੰਦੇ ਸੀਗੇ। ਇੰਡੀਪੈਂਡੈਂਟ ਸਕੂਲ ਹੈ ਜੀ ਗੋਬਿੰਦ ਸਰਵਰ ਸਕੂਲ, ਉਹਦੇ ਪ੍ਰਿੰਸੀਪਲ ਨੇ। ਉਹ ਸਾਡੇ ਨਾਲ ਆਏ ਨੇ। ਗੋਬਿੰਦ ਸਰਵਰ ਸਕੂਲ ਦੇ ਵਿੱਚ ਕਿਹੜੀਆਂ ਗਤੀਵਿਧੀਆਂ ਚੱਲਦੀਆਂ ਨੇ, ਪੜ੍ਹਾਈ ਕਿਵੇਂ ਹੋ ਰਹੀ ਆ, ਪ੍ਰਿੰਸੀਪਲ ਸਾਹਿਬ ਡਿਟੇਲ ਨਾਲ ਅੱਜ ਸਾਨੂੰ ਦੱਸਣਗੇ। ਕਿਉਂਕਿ ਅਸੀਂ ਬੜੇ ਖੁਸ਼ਕਿਸਮਤ ਹਾਂ, ਸਰੀ 'ਚ ਰਹਿਣ ਵਾਲੇ ਲੋਕ। ਸਾਡੇ ਕੋਲੇ 4 ਇੰਡੀਪੈਂਡੈਂਟ ਸਕੂਲ, ਸਿੱਖ ਸਕੂਲ ਨੇ ਜਿਹੜੇ ਸਰੀ ਦੇ ਵਿੱਚ ਬਹੁਤ ਹੀ ਧੜੱਲੇ ਨਾਲ ਚੱਲ ਰਹੇ ਨੇ, ਬੜੀ ਵਧੀਆ ਤਰੀਕੇ ਦੀ ਬੜੀ ਉੱਚ ਪਾਈ ਦੀ ਐਜੂਕੇਸ਼ਨ ਦੇ ਰਹੇ ਨੇ। ਸੋ ਸਰਦਾਰ ਸੁਖਵੀਰ ਸਿੰਘ ਜੀ ਇਸ ਸਕੂਲ ਦੇ ਪ੍ਰਿੰਸੀਪਲ ਨੇ, ਸਾਡੇ ਵੱਡੇ ਭਾਗ ਨੇ ਸਾਡੇ ਨਾਲ। ਵੀਰ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ। ਥੈਂਕ ਯੂ। ਤੁਸੀਂ ਸਾਨੂੰ ਆਪਣਾ ਇੰਟਰਵਿਊ ਕੀਤਾ ਤੇ ਆਪਣੇ ਲਿਸਨਰਸ ਨਾਲ ਰੂਬਰੂ ਕੀਤਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਗੋਬਿੰਦ ਸਰਵਰ ਸਕੂਲ ਜੀ, ਹਾਂਜੀ, ਕਿੰਨੇ ਚਿਰ ਤੋਂ ਚੱਲਦਾ ਜੀ? ਗੋਬਿੰਦ ਸਰਵਰ ਸਕੂਲ ਦਾ BC ਇੰਡੀਪੈਂਡੈਂਟ ਸਕੂਲ ਹੈਗਾ ਜੀ। ਸਾਡਾ ਤੀਜਾ ਸਾਲ ਚੱਲ ਰਿਹਾ। ਤੀਜਾ ਸਾਲ। ਅਸੀਂ ਕੁਆਇਟ ਯੰਗ ਸਕੂਲ ਹੈ। ਕਿਆ ਬਾਤ ਹੈ। ਹਾਂਜੀ, ਠੀਕ ਹੈ ਜੀ। ਬੜੀ ਵੱਡੀ ਗੱਲ ਹੈ ਜੀ, ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇੱਥੋਂ ਦੇ ਸਿਸਟਮ ਦੇ ਵਿੱਚ ਸਕੂਲ ਚਲਾਉਣਾ ਬਹੁਤ ਵੱਡਾ ਚੈਲੰਜ ਵੀ ਆ। ਬਿਲਕੁਲ ਜੀ। ਪਰ ਤੁਹਾਡੀ ਜਿਹੜੀ ਹੈਗੀ ਆ ਜੀ ਬੋਰਡ ਹੈਗਾ, ਉਹਨਾਂ ਦਾ ਵੱਡਾ ਉਦਮ ਆ। ਬਿਲਕੁਲ। ਉਹਦੇ ਪਿੱਛੇ ਮੈਂ ਕਹੂੰਗਾ ਕਿ ਜਿਹੜੇ ਮਹਾਂਪੁਰਸ਼ ਜਿਹੜੇ ਸਾਰੇ ਚੀਜ਼ ਨੂੰ ਚਲਾਉਂਦੇ ਆ, ਉਹ ਖੁਦ ਐਜੂਕੇਟਡ ਪਰਸਨ ਨੇ। ਉਹ ਪੜ੍ਹੇ ਲਿਖੇ ਨੇ। ਮੈਂ ਇੱਕ ਦੋ ਉਹਨਾਂ ਦੀਆਂ ਸਪੀਚਾਂ, ਉਹਨਾਂ ਦੇ ਲੈਕਚਰ ਸੁਣੇ ਆ, ਤੇ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਹਾਈਲੀ ਐਜੂਕੇਟਡ ਬੰਦਾ, ਜਿਹੜੇ ਬੜੀ ਸੋਹਣੀ ਇੰਗਲਿਸ਼ ਬੋਲ ਲੈਂਦੇ ਆ ਤੇ ਉਹ ਬੱਚਿਆਂ ਨਾਲ ਬੜਾ ਵਧੀਆ ਇੰਟਰੈਕਟ ਕਰਦੇ ਆ। ਉਹਨਾਂ ਦੀ ਸੋਚ ਕਰਕੇ ਇਹ ਸਕੂਲ, ਇਹ ਤੋਂ ਬਿਨਾਂ ਵੀ ਆਪਣੇ ਹੋਰ ਵੀ ਕੋਈ ਸਕੂਲ ਹੈਗੇ ਜੀ ਇਸ ਸੁਸਾਇਟੀ ਦੇ? ਜੀ, ਆਪਣੇ ਗੋਬਿੰਦ ਸਰਵਰ ਸਕੂਲ ਸਾਡੇ ਕੈਲਬੀ ਵਿੱਚ ਹੈਗਾ ਆ, ਇੱਕ ਬਰੈਂਪਟਨ ਵਿੱਚ ਤੇ ਇੱਕ ਪੰਜਾਬ ਵਿੱਚ ਵੀ ਆ। ਅੱਛਾ, ਪੰਜਾਬ 'ਚ ਵੀ ਹੈਗਾ। ਹਾਂਜੀ, ਪੰਜਾਬ 'ਚ ਮੈਂ ਦੱਸਵਾਂ ਬੁਲੰਦਪੁਰ, ਨਾਨਕਸਰ, ਨਵਾਂ ਨਾਨਕਸਰ, ਬੁਲੰਦਪੁਰ ਆਮ ਬਹੁਤੇ ਸਾਡੇ ਦਰਸ਼ਕ ਜਾਣਦੇ ਹੋਣਗੇ ਜੀ। ਤਾਂ ਉਹ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸਾਰੇ ਸਕੂਲ ਚੱਲ ਰਹੇ ਨੇ। ਸੋ ਅੱਜ ਆਪਾਂ ਗੱਲ ਕਰੀਏ ਜਿਹੜਾ ਸਰੀ ਦਾ ਸਕੂਲ ਹੈ ਜੀ। ਹਾਂਜੀ, ਜਿਵੇਂ ਤੁਸੀਂ ਦੱਸਿਆ 3 ਸਾਲਾਂ 'ਚ ਕਿੰਨੇ ਹੈਗੇ ਜੀ ਇਸ ਵੇਲੇ? ਬੱਚੇ ਕਿੰਨੇ ਆ ਸਾਡੇ ਜੀ? ਬੱਚੇ ਇਸ ਵੇਲੇ 250 ਸਾਡੀ ਇਨਰੋਲਮੈਂਟ ਅਸੀਂ ਹੈਗੀ ਆ। ਅਤੇ ਸਾਡੀ ਸ਼ੁਰੂ ਕੀਤਾ ਸੀਗਾ 3 ਸਾਲ ਪਿੱਛੇ, ਸਾਡੇ ਤਕਰੀਬਨ 130-140 ਬੱਚੇ ਸੀਗੇ ਪਹਿਲੇ ਸਾਲ ਵਿੱਚ। ਠੀਕ ਹੈ ਜੀ। ਗ੍ਰੇਡ K to ਗ੍ਰੇਡ 7। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਅਸੀਂ ਗ੍ਰੇਡ 8 ਸ਼ੁਰੂ ਕੀਤਾ। ਉੱਥੇ ਸਾਨੂੰ ਕਾਫੀ ਡਿਮਾਂਡ ਮਿਲੀ ਜੀ। ਅਤੇ ਇਸ ਸਾਲ ਵਿੱਚ ਮੈਨੂੰ 3-4 ਮਹੀਨੇ ਹੋਏ ਸ਼ੁਰੂ ਹੋਏ ਨੂੰ, ਅਤੇ ਅਸੀਂ ਗ੍ਰੇਡ 9 ਸ਼ੁਰੂ ਕਰਨਾ ਸੀਗਾ। ਸੋ ਮੈਂ ਸੋਚਿਆ ਗ੍ਰੇਡ 9 ਅਤੇ 10 ਇਕੱਠੇ ਸ਼ੁਰੂ ਕਰ ਦਈਏ। ਸੋ ਤੁਸੀਂ ਐਸੇ ਸਾਲ ਸ਼ੁਰੂ ਕੀਤੇ ਸਕੂਲ ਨਾਲ? ਮੈਨੂੰ 4 ਮਹੀਨੇ ਹੋਏ ਨੇ। ਇਹ ਤੋਂ ਪਹਿਲਾਂ ਕੀ ਕਰਦੇ ਸੀ? ਇਹ ਤੋਂ ਪਹਿਲਾਂ ਜੀ ਮੈਂ ਸੀਗਾ ਹੈਡ ਆਫ ਮੈਥਮੈਟਿਕਸ ਡਿਪਾਰਟਮੈਂਟ ਇੱਕ ਬਹੁਤ ਬੜੇ ਸਕੂਲ ਵੈਨਕੂਵਰ ਵਿੱਚ। ਅੱਛਾ, ਉਹ ਵੀ ਪ੍ਰਾਈਵੇਟ ਸਕੂਲ ਸੀਗਾ। ਠੀਕ ਹੈ ਜੀ। ਕਿੱਥੇ ਨੂੰ ਬਿਲੋਂਗ ਕਰਦੇ ਆ? ਬੋਰਨ ਕਿੱਥੇ ਦੇ? ਬੋਰਨ ਜੀ ਮੈਂ ਪੰਜਾਬੀ ਹਾਂ। ਦੇਖਣ ਨੂੰ ਤੁਸੀਂ ਗੋਰੇ ਹੀ ਲੱਗਦੇ। ਬਿਲਕੁਲ ਜੀ। ਜਦੋਂ ਮੈਂ ਗੋਬਿੰਦ ਸਰਵਰ ਸਕੂਲ ਆਇਆ, ਆਪਣੇ ਬਹੁਤ ਪੇਰੈਂਟਸ, ਮੈਂ ਜੋ ਸਤਿ ਸ਼੍ਰੀ ਅਕਾਲ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਕਹਿਣਾ ਵੀ ਇਹ ਤਾਂ ਗੋਰਾ ਬੜਾ ਸੋਹਣੇ ਪੰਜਾਬੀ ਬੋਲਦਾ। ਸੋ ਕਾਫੀ ਹੈਰਾਨ ਹੁੰਦੇ ਸੀ ਵੀ ਆਪਣਾ ਖੁਦ ਪੰਜਾਬੀ। ਹਾਂਜੀ, ਮੈਂ ਪੰਜਾਬੀ ਬੋਲ ਸਕਦਾ, ਲਿਖ ਸਕਦਾ। ਤੁਸੀਂ ਬੋਰਨ ਫਿਰ ਪੰਜਾਬ ਦੇ? ਪੰਜਾਬ ਦੇ, ਬਿਲਕੁਲ ਜੀ। ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਇੰਗਲੈਂਡ ਆਏ ਜੀ? ਇੰਗਲੈਂਡ ਆਏ ਅਤੇ ਮੇਰੀ ਖਾਸ ਐਜੂਕੇਸ਼ਨ ਲੰਡਨ ਤੋਂ ਸੀਗੀ ਜੀ। ਠੀਕ ਹੈ। ਮੇਰੀ ਡਿਗਰੀ ਵੀ ਲੰਡਨ ਤੋਂ ਕੀਤੀ। ਅੱਛਾ। ਸਾਨੂੰ ਹੁਣ ਕਾਫੀ 30-32 ਸਾਲ ਹੋਏ ਇੱਥੇ ਆਏ ਨੂੰ। ਹੁਣ ਤੁਸੀਂ ਮੈਥ ਪੜ੍ਹਾਉਂਦੇ ਹੋ ਜੀ? ਹਾਂਜੀ। ਪਰ ਹੁਣ ਤੁਸੀਂ ਪ੍ਰਿੰਸੀਪਲ ਇੱਕ ਸਿੱਖ ਸਕੂਲ ਦੇ ਹੋ। ਹਾਂਜੀ। ਪਹਿਲਾਂ ਤੁਸੀਂ ਇੱਕ ਨਾਰਮਲ ਇੰਡੀਪੈਂਡੈਂਟ ਸਕੂਲ 'ਚ ਪਹਿਲਾਂ ਪੜ੍ਹਾਇਆ। ਬਿਲਕੁਲ ਜੀ। ਕਿੰਨਾ ਕੁ ਫਰਕ ਹੈ ਜੀ ਸਿੱਖ ਸਕੂਲ ਵਿੱਚ ਅਤੇ ਉਹ ਸਕੂਲ? ਮੇਰੇ ਖਿਆਲ ਸੀਗਾ ਵੀ ਉੱਥੇ ਸੀਗੇ ਆਪਣੇ ਗੋਰੇ ਸੀਗੇ, ਚਾਈਨੀਜ਼ ਸਟੂਡੈਂਟ ਸੀਗੇ, ਥੋੜ੍ਹੇ ਆਪਣੇ ਵੀ ਸੀਗੇ ਜੀ। ਅਤੇ ਮੈਂ ਕਿਹਾ ਇੱਥੇ ਤਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਬੱਚੇ ਹੋਣਗੇ। ਪਰ ਵੀਰ ਜੀ, ਬੱਚੇ ਤਾਂ ਬੱਚੇ ਹੀ ਆ। ਬਿਲਕੁਲ ਜੀ। ਹੁਣ ਜੇ ਡਾਕਟਰ ਹੋਵੇ ਜੀ, ਡਾਕਟਰ ਦਾ ਮਰੀਜ਼ ਤਾਂ ਮਰੀਜ਼ ਹੀ ਆ। ਬਿਲਕੁਲ ਜੀ। ਕਿਸ ਰੰਗ ਦਾ ਵੀ ਹੋਵੇ, ਕਿਸ ਬੈਕਗਰਾਊਂਡ ਦੀ ਵੀ ਹੋਵੇ। ਸੋ ਬੱਚੇ ਤਾਂ ਭਾਜੀ ਬੱਚੇ ਹੀ ਆ। ਉਹੀ ਸ਼ਰਾਰਤਾਂ ਕਰਨੀਆਂ, ਉਹੀ ਬੱਚਿਆਂ ਦੀਆਂ ਗੱਲਾਂ ਬਾਤਾਂ ਹੋਣੀਆਂ। ਬਿਲਕੁਲ ਜੀ। ਸੋ ਮੈਂ ਉਹੀ ਕਹਾਂਗਾ, ਕੋਈ ਫਰਕ ਨਹੀਂ ਹੈਗਾ। ਬੱਚੇ ਬੱਚੇ। ਪਰ ਉੱਦਾਂ ਮੈਂ ਦੇਖਿਆ ਜੀ, ਮੈਂ ਪਹਿਲਾਂ ਕਈ ਵਾਰੀ ਉਸ ਗੁਰਦੁਆਰਾ ਸਾਹਿਬ ਉੱਥੇ ਇਨਵੋਲਵ ਹੋਏ ਹਾਂ। ਅੱਛਾ ਜੀ। ਜਦੋਂ ਪਹਿਲਾਂ ਇਹਨਾਂ ਦਾ ਸਕੂਲ ਨਹੀਂ ਸੀ। ਅੱਛਾ ਜੀ। ਆਫਟਰ ਸਕੂਲ ਕਲਾਸਾਂ ਲਾਉਂਦੇ ਸੀ, ਗੋਬਿੰਦ ਸਰਵਰ ਦੇ ਨਾਂ ਤੇ ਕੀਰਤਨ ਵਗੈਰਾ ਸਿਖਾਉਂਦੇ ਸੀ। ਤਾਂ ਬੜੇ ਡਿਸਪਲਿਨਡ ਬੱਚੇ ਸੀਗੇ ਜੀ, ਯੂਨੀਫਾਰਮ
ਤੇ ਹੋਰ ਸਾਰਾ ਕੁਝ ਬੜਾ ਵਧੀਆ ਤਰੀਕੇ ਨਾਲ ਉਹ ਰਨ ਕਰਦੇ ਆ ਤੇ ਵਧਾਈ ਦੇ ਪਾਤਰ ਆ ਜੀ ਤੁਹਾਡੇ ਬੋਰਡ ਆਫ ਡਾਇਰੈਕਟਰਸ ਬਿਲਕੁਲ ਜੀ ਬਿਲਕੁਲ ਤੇ ਪ੍ਰਿੰਸੀਪਲ ਜਸਵੀਰ ਸਿੰਘ ਭਾਟੀਆ ਉਹਨਾਂ ਨੇ ਇਨੀਸ਼ੀਅਲੀ ਜਦੋਂ ਸ਼ੁਰੂ ਉਹਨਾਂ ਨੇ ਕਰਿਆ ਸੀਗਾ ਤੇ ਉਹਨਾਂ ਦੀ ਬਹੁਤ ਵੱਡੀ ਦੇਣ ਨਾਲ ਮੇਰੇ ਨਾਲ ਕੰਮ ਕੀਤਾ ਉਹਨਾਂ ਨੇ 4-5 ਸਾਲ ਅਸੀਂ ਇਕੱਠਿਆਂ ਨੇ ਪੜ੍ਹਾਇਆ ਹੈਗਾ ਤੇ ਬਹੁਤ ਹੀ ਉਹ ਵੀ ਮੈਥ ਦੇ ਟੀਚਰ ਹੈਗੇ ਆ ਮੈਥ ਸਾਇੰਸ ਕਰਦੇ ਹੁੰਦੇ ਸੀ ਤੇ ਬਹੁਤ ਵਧੀਆ ਟੀਚਰ ਸੀ ਬਿਲਕੁਲ ਜੀ ਮਿਸਟਰ ਭਾਟੀਆ ਸੋ ਉਹਨਾਂ ਦੇ ਸਹਿਯੋਗ ਨਾਲ ਤੁਹਾਡੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਸਕੂਲ ਜਿਹੜਾ ਚੱਲ ਰਿਹਾ ਸਰੀ ਦੇ ਵਿੱਚ ਬੜਾ ਬੁਲੰਦੀਆਂ ਜਾ ਰਿਹਾ ਜੀ ਇਸ ਵੇਲੇ ਫਿਰ ਗ੍ਰੇਡ ਕਿੰਡਰਗਾਰਟਨ ਟੂ ਗ੍ਰੇਡ 9 ਗ੍ਰੇਡ 10 ਅਸੀਂ ਕਿੰਡਰਗਾਰਟਨ ਲੈ ਕੇ ਇਸ ਵੇਲੇ ਗ੍ਰੇਡ 10 ਤੱਕ ਹੈ ਜੀ ਅਸੀਂ ਗ੍ਰੇਡ 9 ਤੇ 10 ਇਕੱਠੇ ਸ਼ੁਰੂ ਕਰਤੇ ਆਮ ਤੌਰ ਤੇ ਵੀਰ ਜੀ ਕੋਈ 2 ਗ੍ਰੇਡ ਇਕੱਠੇ ਸ਼ੁਰੂ ਕਰਦਾ ਇੱਕ ਹੀ ਹੁੰਦਾ ਜੀ ਸੋ ਇਹ ਸਮਝੋ ਸਾਡੀ ਇੰਨੀ ਡਿਮਾਂਡ ਆ ਤੇ ਸਾਡੀ ਇੰਨੀ ਖੁਸ਼ਕਿਸਮਤ ਕਹਾਂਗਾ ਮੈਂ ਸਾਡੀ ਕਮਿਊਨਿਟੀ ਵੱਲੋਂ ਬਹੁਤ ਮਤਲਬ ਵੀ ਸਾਨੂੰ ਸਪੋਰਟ ਮਿਲੀ ਹੈ ਜੀ ਸਾਡੇ ਹੁਣ ਗ੍ਰੇਡ 10 ਤੱਕ ਚੱਲ ਰਹੇ ਆ ਵੈਰੀ ਗੁੱਡ ਅਗਲੇ ਸਾਲ ਗ੍ਰੇਡ 11 ਤੇ ਫਿਰ ਗ੍ਰੇਡ 12 ਕੀ ਮਿਸ਼ਨ ਹੈ ਜੀ ਕਿੱਥੋਂ ਤੱਕ ਜਾਣਾ ਅਸੀਂ ਜੀ ਗ੍ਰੇਡ 12 ਤੱਕ ਕਮ ਸੇ ਕਮ ਆ ਅਸੀਂ ਗ੍ਰੇਡ 12 ਤੱਕ ਰੁਕਣਾ ਨਹੀਂ ਠੀਕ ਹੈ ਤੇ ਜਦੋਂ ਗ੍ਰੇਡ 12 ਸਾਡੀ ਗ੍ਰੈਜੂਏਸ਼ਨ ਹੋ ਗਈ ਜੀ ਤੇ ਸਾਡੇ ਸਕੂਲ ਇਹ ਬਹੁਤ ਬੜਾ ਮਾਈਲਸਟੋਨ ਹੋਵੇਗਾ ਕੀ ਬਾਤ ਹੈ ਕਿਉਂਕਿ ਉਹ ਮੈਨੂੰ ਕਾਹਲੀ ਹੈ ਵੀ ਛੇਤੀ ਗ੍ਰੇਡ 12 ਗ੍ਰੈਜੂਏਸ਼ਨ ਕਰੀਏ ਤੇ ਸਾਡੇ ਸਕੂਲ ਦਾ ਨਾਮ ਹੋਰ ਅੱਗੇ ਚੱਲੇ ਮੈਂ ਚਾਹੁੰਦਾ ਸਾਡੇ ਬੱਚੇ ਯੂਨੀਵਰਸਿਟੀ ਜਾਣ ਕਾਲਜਾਂ ਵਿੱਚ ਜਾਣ ਤੇ ਸੋਹਣਾ ਨਾਮ ਕਮਾਉਣ ਜੀ ਕਿੱਥੇ ਕੁ ਲੋਕੇਸ਼ਨ ਕੀ ਹੈ ਜੀ ਐਡਰੈਸ ਸਾਡਾ ਜੀ 88 ਐਂਡ 168 ਤੇ ਕਾਰਨਰ ਤੇ ਆ ਤੇ 20-25 ਏਕੜ ਦੀ ਜ਼ਮੀਨ ਸਾਡੇ ਕੋਲ ਹੈਗੀ ਹੈ ਬਹੁਤ ਵੱਡਾ ਪਾਰਸਲ ਸੋ ਬਹੁਤ ਵੱਡਾ ਪਾਰਸਲ ਜੀ ਤੇ ਇਹ ਸਮਝੋ ਵੀ ਮੇਰੀ ਇੱਕ ਬਹੁਤ ਬੜੀ ਓਪਰਚੁਨਿਟੀ ਆ ਵੀ ਆਪਣਾ ਕੋਈ ਪੇਂਟਰ ਹੋਵੇ ਉਹਦਾ ਕੈਨਵਸ ਹੋਵੇ ਕੀ ਬਾਤ ਤੋ ਮੈਂ ਇਹ ਸੋਚ ਰਿਹਾ ਵੀ ਮੇਰੀ ਇੱਕ ਓਪਰਚੁਨਿਟੀ ਆ ਇਸ ਜ਼ਮੀਨ ਵਿੱਚ ਬਹੁਤ ਹੀ ਅਲੱਗ ਤਰ੍ਹਾਂ ਦਾ ਬਹੁਤ ਸ਼ਾਨਦਾਰ ਐਜੂਕੇਸ਼ਨ ਇੰਸਟੀਟਿਊਸ਼ਨ ਇਕੱਠਾ ਕਰਨਾ ਤੇ ਏਰੀਆ ਵੀ ਬਹੁਤ ਵਧੀਆ ਜੀ ਬੜਾ ਸ਼ਾਂਤੀ ਵਾਲਾ ਏਰੀਆ ਹੈਗਾ ਆਲੇ ਦੁਆਲੇ ਫਾਰਮ ਲੈਂਡ ਹੈਗੀ ਆ ਦੋ ਪਾਸੇ ਤਾਂ ਬਿਲਕੁਲ ਖਾਲੀ ਹੈਗੇ ਆ ਜਦੋਂ ਜੀ ਮੈਂ ਪਹਿਲੀ ਵਾਰ ਆਇਆ ਸੀਗਾ ਸਾਡੀ ਇੰਟਰਵਿਊ ਹੋ ਰਹੀ ਸੀਗੀ ਤੇ ਬਾਹਰੋਂ ਮੈਂ ਕਿਹਾ ਤਾਂ ਐਵੇਂ ਲੱਗਦਾ ਆ ਪਰ ਜੋ ਅੰਦਰ ਚਾਹੀਦਾ ਜੀ ਬਹੁਤ ਖੁਸ਼ੀ ਮਿਲਦੀ ਆ ਬਹੁਤ ਖੁੱਲੇ ਥਾਂ ਨੇ ਹਰਿਆਵਲ ਆ ਵਿੱਚੋਂ ਦਿਨ ਸੋਹਣਾ ਹੋਵੇ ਤਾਂ ਮਾਊਂਟੇਨ ਦਿਖਦੇ ਨੇ ਸੋ ਇਟਸ ਅ ਰੀਲੀ ਨਾਈਸ ਬਹੁਤ ਵਧੀਆ ਲੋਕੇਸ਼ਨ ਹੈ ਕੁਆਇਟ ਹੈ ਜੀ ਤੇ ਸੈਂਟਰਲ ਵੀ ਹਾਈਵੇ ਨੇੜੇ ਹੈ ਜੀ ਫੈਕਲਟੀ ਕਿੱਦਾਂ ਦੀ ਹੈਗੀ ਆ ਜੀ ਬਿਲਡਿੰਗ ਸਾਰਾ ਕੁਝ ਤੁਹਾਡੇ ਕੋਲ ਕਿਹੜੀ ਚੀਜ਼ਾਂ ਹੈਗੀਆਂ ਉਹਦੇ ਵਿੱਚ ਸਾਡੇ ਕੋਲ ਜੀ ਜੋ ਆਮ ਸਕੂਲਾਂ 'ਚ ਹੁੰਦਾ ਆ ਤਕਰੀਬਨ ਸਾਰੀ ਫੈਸਿਲਿਟੀਜ਼ ਹੈਗੀਆਂ ਨੇ ਸਾਡਾ ਇੱਕ ਬ੍ਰੈਂਡ ਨਿਊ ਐਲੀਮੈਂਟਰੀ ਸਕੂਲ ਦੀ ਬਿਲਡਿੰਗ ਬਣੀ ਹੋਈ ਆ ਤੇ ਅਸੀਂ ਹਾਈ ਸਕੂਲ ਜਿਸ ਤਰ੍ਹਾਂ ਗ੍ਰੇਡ ਸਾਡੇ ਵੱਧ ਰਹੇ ਨੇ ਅਸੀਂ ਨਵੀਂ ਫੈਸਿਲਿਟੀਜ਼ ਲਾ ਰਹੇ ਹਾਂ ਤੇ ਸਾਡੀ ਇਸ ਵੇਲੇ ਸੌਕਰ ਫੀਲਡ ਬ੍ਰੈਂਡ ਨਿਊ ਸੌਕਰ ਫੀਲਡ ਵੀ ਜੀ ਬਣ ਰਹੀ ਆ ਹੋਰ ਥੋੜ੍ਹੇ ਹਫ਼ਤਿਆਂ ਦੀ ਉਹ ਤਿਆਰ ਹੋਊਗੀ ਤਾਂ ਉਹ ਵੀ ਬਹੁਤ ਸ਼ਾਨਦਾਰ ਹੋਵੇਗੀ ਹਾਂਜੀ ਤੇ ਜਿਮ ਵਗੈਰਾ ਜੀ ਸਾਡਾ ਛੋਟਾ ਜਿਮ ਹੈਗਾ ਜੀ ਤੇ ਅਸੀਂ ਬੜਾ ਜਿਮ ਵੀ ਬਣਾ ਰਹੇ ਹਾਂ ਸੋ ਟਾਈਮ ਟੂ ਟਾਈਮ ਜਿਸ ਤਰ੍ਹਾਂ ਜ਼ਰੂਰਤ ਪੈ ਰਹੀ ਹੈ ਅਸੀਂ ਹਰ ਫੈਸਿਲਿਟੀ ਬੱਚਿਆਂ ਵਾਸਤੇ ਇਕੱਠੀ ਕਰ ਰਹੇ ਹਾਂ ਸੋ ਤੁਹਾਡੇ ਕੋਲ ਜੀ ਜ਼ਿਆਦਾਤਰ ਬੱਚੇ ਸਿੱਖ ਪਰਿਵਾਰਾਂ ਚੋਂ ਨੇ ਜਾਂ ਮਿਕਸ ਕਮਿਊਨਿਟੀ ਵੀ ਹੈਗੀ ਸਾਡੇ ਬੱਚੇ ਜੀ ਅਸੀਂ ਸਿੱਖ ਪਰਿਵਾਰ ਸਿੱਖ ਮਤਲਬ ਵੀ ਧਰਮ ਨਾਲ ਕਨੈਕਸ਼ਨ ਰੱਖਦੇ ਹਾਂ ਸੋ ਓਬਵੀਅਸਲੀ ਸਾਡੇ ਆਮ ਬੱਚੇ ਤਾਂ ਸਿੱਖ ਧਰਮ ਨਾਲ ਹੀ ਹੋਣੇ ਆ ਤੇ ਮਤਲਬ ਥੋੜੇ ਹੈਗੇ ਜਿਹੜੇ ਸਿੱਖ ਧਰਮ ਨਾਲ ਨਹੀਂ ਪੰਜਾਬੀ ਜ਼ਿਆਦਾ ਆ ਠੀਕ ਹੈ ਆਲਮੋਸਟ 99% ਆਪਣੇ ਪੰਜਾਬੀ ਆ ਪਰ ਕੋਈ ਵੀ ਸਾਡੇ ਕੋਲ ਆਉਣਾ ਚਾਹਵੇ ਅਸੀਂ ਕਿਸੇ ਨੂੰ ਇਨਕਾਰ ਨਹੀਂ ਕਰਦੇ ਹਾਂਜੀ ਅਸੀਂ ਹਰ ਦੀ ਰਿਸਪੈਕਟ ਕਰੀਦੀ ਹੈ ਪਰ ਸਾਡਾ ਸਕੂਲ ਸਿੱਖ ਧਰਮ ਨਾਲ ਕਨੈਕਸ਼ਨ ਹੈ ਸੋ ਡੇਲੀ ਸਕੂਲ ਦੀ ਜਿਹੜੀ ਕਾਰਵਾਈ ਹੈਗੀ ਹੈ ਜੀ ਉਹ ਕੀ ਹੈਗੀ ਆ ਬੱਚੇ ਜੀ 8:10 ਤੇ ਆਉਂਦੇ ਨੇ ਉਹਨਾਂ ਦੀ ਅਟੈਂਡੈਂਸ ਲਈ ਜਾਂਦੀ ਹੈ ਤੇ 8:15 ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਬੱਚੇ ਸਾਰੇ ਬੱਚੇ ਜਾਂਦੇ ਨੇ ਬੱਚੇ ਟੀਚਰਸ ਅਸੀਂ ਖੁਦ ਜਾਂਦੇ ਨਾਲ ਹਾਂਜੀ ਤੇ ਗੁਰਦੁਆਰਾ ਸਾਹਿਬ ਵਿੱਚ ਬੱਚੇ ਕੀਰਤਨ ਕਰਦੇ ਨੇ ਬੜੇ ਤੋਂ ਲੈ ਕੇ ਛੋਟੇ ਤੱਕ ਵਾਰੀ ਉਹੀ ਕੀਰਤਨ ਜੀ ਆਨੰਦ ਮਿਲਦਾ ਹੈ ਬੱਚੇ ਦੇ ਕੀਰਤਨ ਕਰਦੇ ਨੇ ਤੇ ਬੱਚੀ ਫਿਰ ਅਰਦਾਸ ਕਰਦੇ ਨੇ ਤੇ ਬੱਚੀ ਹੁਕਮਨਾਮਾ ਮੰਨ ਲੈਂਦੇ ਨੇ ਸਾਰੀ ਗੁਰਦੁਆਰਾ ਸਾਹਿਬ ਦੀ ਕਾਰਵਾਈ ਬੱਚੇ ਕਰਦੇ ਸਰ ਬੱਚੇ ਕਰਦੇ ਅਸੀਂ ਉਸ ਕਰ ਰਹੇ ਵੀ ਆਪਣੇ ਧਰਮ ਹੈ ਵੀਰ ਜੀ ਬਿਲਕੁਲ ਜੀ ਆਪਣੇ ਕਲਚਰ ਤੇ ਆਪਣੇ ਧਰਮ ਨਾਲ ਹੀ ਕਨੈਕਸ਼ਨ ਆਪਾਂ ਰੱਖਣਾ ਹੈ ਜੀ ਤੇ ਜੇ ਆਪਾਂ ਨਾ ਕਰਾਂਗੇ ਤਾਂ ਕੌਣ ਕਰੇਗਾ ਬਿਲਕੁਲ ਜੀ ਤੇ ਆਫਟਰ 9 o'clock ਆਪਣੇ ਰੈਗੂਲਰ ਕਲਾਸਿਸ ਮੈਥਮੈਟਿਕਸ ਸੋਸ਼ਲ ਸਟੱਡੀ ਵਗੈਰਾ ਉਹ ਜੋ ਵੀ ਕਰਿਕੂਲਮ ਬੀਸੀ ਦਾ ਜੋ ਬੀਸੀ ਹੁੰਦਾ ਜੀ ਤੇ ਉਸ ਵਿੱਚ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ ਹਾਂਜੀ ਕਿਉਂਕਿ ਆਮ ਸਕੂਲਾਂ ਪੰਜਾਬੀ ਨਹੀਂ ਚੱਲਦੀ ਅਸੀਂ ਪੰਜਾਬੀ ਅੱਛਾ ਪੜ੍ਹਾਈ ਦੀ ਪੰਜਾਬੀ ਵਿੱਚ ਤਬਲਾ ਕੀਰਤਨ ਉਹ ਸਭ ਕੁਝ ਸਿਖਾਇਆ ਜਾਂਦਾ ਹੈ ਸਾਰੀ ਚੀਜ਼ਾਂ ਬੱਚੇ ਨੂੰ ਮਤਲਬ ਜਿੱਥੇ ਇੱਕ ਵਧੀਆ ਇਨਸਾਨ ਬਣਦਾ ਤਾਂ ਉੱਥੇ ਇੱਕ ਸਿੱਖ ਬੱਚਾ ਵੀ ਆਪਣੀ ਧਰਮ ਦੀਆਂ ਵੈਲਿਊ ਕਲਚਰ ਦੀਆਂ ਵੈਲਿਊ ਵੀ ਨਾਲ ਸਿੱਖੀ ਤੇ ਪੰਜਾਬੀ ਠੀਕ ਹੈ ਸੋ ਰਿਲੀਜਨ ਐਂਡ ਕਲਚਰ ਫਿਰ ਉਹਦੇ ਲਈ ਤੁਸੀਂ ਆਮ ਸਕੂਲਾਂ ਨੂੰ ਜ਼ਿਆਦਾ ਸਮਾਂ ਖੋਲ੍ਹਦੇ ਹੋ
ਅਸੀਂ ਜੀ 8:15 ਤੋਂ ਲੈ ਕੇ 3:15 ਵਜੇ ਤੱਕ ਖੁੱਲੇ ਹੁੰਦੇ ਆ, ਕਿਉਂਕਿ ਆਮ ਸਕੂਲ ਤਾਂ ਪਬਲਿਕ ਸਕੂਲ ਜਾਓ 2-2:30 ਵਜੇ ਤੱਕ ਹੁੰਦੇ, ਅਸੀਂ 3:15 ਵਜੇ ਤੱਕ ਹੋਈਦਾ। ਸੋ ਜਿਹੜਾ ਉਹ 1 ਘੰਟਾ ਕਹਿ ਲਓ ਵੀ ਵਾਧੂ ਆ, ਹਾਂਜੀ, ਉਹ ਤੁਸੀਂ ਪੰਜਾਬੀ ਲਈ, ਕਲਚਰ ਲਈ ਜਾਂ ਕੋਈ ਸਿੱਖ ਹਿਸਟਰੀ, ਕੀਰਤਨ ਵਗੈਰਾ। ਬਿਲਕੁਲ, ਕਿਉਂਕਿ ਮੈਨੂੰ ਪਤਾ ਤੁਹਾਡੇ ਬੱਚੇ ਆਮ ਕੀਰਤਨ ਕੰਪੀਟੀਸ਼ਨਾਂ ਦੇ ਵਿੱਚ ਵੀ ਆਉਂਦੇ ਆ ਜੀ, ਤਾਂ ਉਹ ਜਿਹੜੇ ਸਾਡੇ ਤਾਰਾਂ ਵਾਲੇ ਸਾਜ਼ ਆ ਬੜੇ ਔਖੇ ਹੁੰਦੇ, ਉਹਦੇ ਵਿੱਚ ਬੜੀ ਵਧੀਆ ਮਹਾਰਤ ਹੈ ਕਿੰਨੇ ਬੱਚਿਆਂ ਦੀ, ਬਹੁਤ ਸੋਹਣਾ ਕੀਰਤਨ ਕਰਦੇ ਆ। ਹਾਂਜੀ, ਤੇ ਅਸੀਂ ਜੀ ਆਫਟਰ ਸਕੂਲ ਐਕਟੀਵਿਟੀਜ਼ ਵੀ ਸੋਚ ਰਹੇ ਹਾਂ। ਅੱਛਾ ਜੀ। ਤੇ ਸ਼ਾਮ ਨੂੰ ਵੀਰ ਜੀ ਬੱਚੇ ਤੁਸੀਂ ਦੇਖੋਗੇ, ਆਮ ਬੱਚੇ ਸਕੂਲ ਜਾ ਕੇ ਥੱਕ ਜਾਂਦੇ ਨੇ, ਕਹਿੰਦੇ ਅਸੀਂ ਬਸ ਡਨ। ਸਾਡੇ ਬੱਚੇ ਸ਼ਾਮ ਨੂੰ ਗੁਰੂ ਸਕੂਲ ਫੇਅਰ ਅਟੈਂਡ ਕਰਦੇ ਨੇ ਜੀ। ਸੋ ਬਹੁਤ ਦਿਨਾਂ 'ਚ ਨੇਚਰ ਆ ਵੀ ਅਸੀਂ ਕਹਾਂ ਅੱਗੇ ਚੱਲਣਾ ਆ। ਹੁਣ ਸਾਡੇ ਇੱਥੇ 2 ਤਰ੍ਹਾਂ ਦੇ ਸਕੂਲ। ਹਾਂਜੀ, ਇੱਕ ਤਾਂ ਪਬਲਿਕ ਸਕੂਲ ਸਿਸਟਮ ਆ ਜਿਹੜਾ, ਹਾਂਜੀ, ਉਹਦੇ ਵਿੱਚ ਕੈਚਮੈਂਟ ਬਣੀ ਆ ਕਿ ਇਸ ਏਰੀਏ ਦੇ ਬੱਚੇ, ਨੇੜੇ ਨੇੜੇ ਦੇ ਘਰਾਂ ਦੇ ਬੱਚੇ ਉਹ ਸਕੂਲ 'ਚ ਆਉਣਗੇ। ਹਾਂਜੀ। ਤੇ ਜਿਹੜਾ ਇੰਡੀਪੈਂਡੈਂਟ ਸਕੂਲ ਆ ਉਹਦੇ ਵਿੱਚ ਬੱਚੇ ਕਿਸੇ ਵੀ ਥਾਂ ਤੋਂ ਆ ਸਕਦੇ। ਹਾਂਜੀ ਵੀਰ ਜੀ, ਬੱਚੇ ਸਾਡੇ ਨੇੜੇ ਵੀ ਆਉਂਦੇ ਆ, ਕਈ ਬੱਚੇ ਤੁਰ ਕੇ ਆਉਂਦੇ, 10 ਮਿੰਟ ਦਾ ਫਾਸਲਾ ਹੁੰਦਾ, ਤੇ ਕਈ ਬੱਚੇ ਲੈਂਗਲੀ ਤੋਂ, ਐਬਟਸਫੋਰਡ, ਸਾਰੀ, ਕਲੋਵਰਡੇਲ। ਫਿਰ ਉਹਦੇ ਲਈ ਫਲੀਟ ਹੈ ਜੀ ਬੱਸਾਂ ਸਾਡੇ ਕੋਲ ਜੀ, ਸਕੂਲ ਬੱਸਾਂ ਦੀ ਪੂਰੀ ਫਲੀਟ ਬਣੀ ਹੋਈ ਆ ਜੀ, ਤੇ ਹਰ ਸਾਲ ਅਸੀਂ 1-2 ਬੱਸਾਂ ਐਕਸਟਰਾ ਲੈਂਦੇ ਹਾਂ, ਸਾਡੀ ਨੰਬਰ ਵੱਧਦੀ। ਹਾਂਜੀ, ਠੀਕ ਹੈ ਜੀ। ਠੀਕ ਹੈ। ਸੋ ਦੂਰੋਂ ਪਾਰੋਂ ਵੀ ਬੱਚੇ ਆ ਸਕਦੇ ਹੈਗੇ ਆ ਜੀ, BC ਦੇ ਨੇੜੇ ਤੇੜੇ ਦੇ ਏਰੀਆ ਦੇ ਵਿੱਚੋਂ, ਲੈਂਗਲੀ ਵਗੈਰਾ ਤੋਂ ਵੀ ਆਉਂਦੇ ਹੈਗੇ, ਤੁਸੀਂ ਦੱਸਿਆ ਹੈਗਾ। ਹੁਣ ਹੈਗਾ ਜੀ, ਪੇਰੈਂਟ ਇੰਡੀਪੈਂਡੈਂਟ ਸਕੂਲ 'ਚ, ਤੁਹਾਡੇ ਸਕੂਲ 'ਚ ਬੱਚਿਆਂ ਨੂੰ ਕਿਉਂ ਭੇਜਣਾ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੂਜੇ ਸਕੂਲਾਂ ਨੂੰ ਵਾਧੂ ਜਾਂ ਵੱਖਰੀਆਂ ਕਰਦੇ? ਮੇਰਾ ਜੀ ਮਕਸਦ ਐਜੂਕੇਸ਼ਨ 'ਤੇ ਇਹੀ ਆ ਵੀ ਆਮ ਪੇਰੈਂਟਸ ਆ ਕੇ ਇਹ ਪੁੱਛਦੇ ਨੇ ਵੀ ਮੈਥ ਵਿੱਚ ਸਾਡਾ ਕੀ ਨੰਬਰ ਮਿਲਿਆ, ਇੰਗਲਿਸ਼ ਵਿੱਚ ਕੀ ਨੰਬਰ ਸਾਡਾ ਬੱਚਾ ਲੈ ਰਿਹਾ ਜੀ, ਉਹ ਤਾਂ ਭਾਈ ਚੱਲਣਾ ਹੀ ਆ। ਬਿਲਕੁਲ। ਪਰ ਮੈਂ ਪੇਰੈਂਟਸ ਨੂੰ ਇਹ ਕਹਿਣਾ ਵੀ ਪਲੱਸ ਵੇਟ ਕਰੋ, ਸੋਚੋ ਵੀ ਮੈਥ ਐਂਡ ਸਾਇੰਸ ਦਾ ਨੰਬਰ ਲੈਣਾ ਕਾਫੀ ਨਹੀਂ ਹੈਗਾ। ਸੋ ਮੇਰੀ ਕੋਸ਼ਿਸ਼ ਹੁੰਦੀ ਵੀ ਆਪਣੇ ਬੱਚੇ ਬਿਹਤਰੀਨ ਇਨਸਾਨ ਬਣਨ। ਬਿਲਕੁਲ ਜੀ, ਇਹ ਮੇਰਾ ਮਕਸਦ ਹੈ ਜੀ। ਜਿਹੜੇ ਨੰਬਰ ਲੈਣੇ ਸਾਇੰਸ ਵਿੱਚ, ਇੰਗਲਿਸ਼ ਵਿੱਚ, ਉਹ ਅਲੱਗ ਚੀਜ਼ ਆ। ਆਪਣੇ ਬੱਚੇ ਚੰਗੇ ਇਨਸਾਨ ਬਣਨ, ਤੇ ਚੰਗੇ ਇਨਸਾਨ ਬਣਨ ਦੀ ਖਾਤਰ ਤੇ ਸਿਰਫ ਨੰਬਰ ਕਾਫੀ ਨਹੀਂ ਹੈਗੇ। ਅਸੀਂ ਕੋਸ਼ਿਸ਼ ਕਰਦੀ ਹੈ ਉਹਨਾਂ ਨੂੰ ਵਾਲੰਟੀਅਰ ਬਾਰੇ ਸਿਖਾਉਣਾ, ਸੇਵਾ ਬਾਰੇ ਦੱਸਣਾ, ਆਪਣੇ ਕਲਚਰ ਬਾਰੇ, ਬਾਕੀ ਕਲਚਰ ਬਾਰੇ ਵੀ ਦੱਸਣਾ। ਸੋ ਅਸੀਂ ਤਾਂ ਕਿ ਉਹ ਫਿੱਟ ਵੀ ਹੋ ਸਕਣ। ਬਿਲਕੁਲ ਜੀ, ਬਿਲਕੁਲ, ਕਿਉਂਕਿ ਇਹ ਇਨਫ ਨਹੀਂ ਹੈਗਾ ਨੰਬਰ ਲੈਣੇ, ਕਿਉਂਕਿ ਆਪਣੇ ਜੋ ਕਾਲਜ ਵੀ ਜਾਣਾ ਆ ਜੀ, ਯੂਨੀਵਰਸਿਟੀ ਨੇ ਇਹੀ ਪੁੱਛਣਾ ਤੁਸੀਂ ਆਪਣੇ ਨੰਬਰਸ ਤੋਂ ਇਲਾਵਾ ਹੋਰ ਕੀ ਕੀਤਾ। ਬਿਲਕੁਲ ਜੀ। ਸੋ ਸਿਰਫ ਨੰਬਰ ਲੈਣੇ ਕਾਫੀ ਨਹੀਂ ਹੈਗੇ। ਸੋ ਇਸ ਹਿਸਾਬ ਵਿੱਚ ਅਸੀਂ ਐਕਸਟਰਾ ਕਰਿਕੂਲਮ ਐਕਟੀਵਿਟੀਜ਼ ਬਹੁਤ ਰੱਖੀਆਂ ਨੇ, ਤੇ ਅਸੀਂ ਨੈਕਸਟ ਈਅਰ ਇੱਕ ਇੰਟਰਨੈਸ਼ਨਲ ਟ੍ਰਿਪ ਵੀ ਤਿਆਰ ਕਰ ਰਹੇ ਹਾਂ ਜੋ ਰਾਜਸਥਾਨ ਵਿੱਚ ਹੋਵੇਗੀ। ਤੇ ਉਸ ਟ੍ਰਿਪ ਵਿੱਚ ਅਸੀਂ ਬੱਚਿਆਂ ਨੂੰ ਸਿਖਾਵਾਂਗੇ ਵੀ ਗਰੀਬੀ ਕੀ ਚੀਜ਼ ਹੁੰਦੀ ਹੈ ਤੇ ਪਾਣੀ ਕੀ ਚੀਜ਼ ਹੁੰਦਾ ਆ। ਹੁਣ ਫੋਰ ਐਗਜ਼ਾਮਪਲ ਆਪਾਂ ਇੱਥੇ ਟੈਪ ਖੋਲ੍ਹਣਾ ਤਾਂ ਪਾਣੀ ਬਿਲਕੁਲ ਜਿੰਨਾ ਮਰਜ਼ੀ ਵਰਤੋ ਜੀ। ਹੁਣ ਕਈ ਗਰੀਬ ਮੁਲਕਾਂ ਵਿੱਚ ਵੀਰ ਜੀ 2-3 ਕਿਲੋਮੀਟਰ ਜਾਣਾ ਪੈਂਦਾ ਪਾਣੀ ਲੈਣ ਵਾਸਤੇ। ਬਿਲਕੁਲ ਸਹੀ। ਤੇ ਸਿਰਫ ਘੜਾ ਰੱਖ ਕੇ ਵਾਪਸ ਆਉਣਾ ਆਪਣੇ ਲੇਡੀਜ਼ ਨੇ, ਬਹੁਤ ਔਖਾ ਕੰਮ ਆ। ਇਹ ਬੱਚੇ ਨੂੰ ਨਾ ਸਿਰਫ ਟੀਵੀ ਤੇ ਦੇਖੇ ਤੇ ਪਤਾ ਨਹੀਂ ਲੱਗਣਾ, ਇਹ ਤਾਂ ਜਦੋਂ ਜਾ ਕੇ ਵੇਖਣਾ ਜੀ ਫਿਰ ਇਹ ਪਤਾ ਲੱਗਣਾ। ਮੈਂ ਤੁਹਾਨੂੰ ਦੱਸਣਾ ਜੀ, ਇੱਕ ਵਾਰੀ ਮੈਂ ਇੰਡੀਆ ਦੇ ਵਿੱਚ ਮੈਨੂੰ ਟ੍ਰੇਨ ਤੇ ਟਰੈਵਲ ਕਰਨ ਦਾ ਮੌਕਾ ਲੱਗਿਆ। ਅੱਛਾ ਜੀ। ਤਾਂ ਮੱਧ ਪ੍ਰਦੇਸ਼ ਵਿੱਚ ਅਸੀਂ ਹਜ਼ੂਰ ਸਾਹਿਬ ਜਾ ਰਹੇ ਸੀ। ਠੀਕ ਹੈ ਜੀ। ਤਾਂ ਉੱਥੇ ਸਵੇਰੇ 8 ਵਜੇ ਟ੍ਰੇਨ ਪਹੁੰਚੀ ਇੱਕ ਸਟੇਸ਼ਨ ਤੇ। ਅੱਛਾ ਜੀ। ਤਾਂ ਉੱਥੇ ਇੱਕ ਲਾਈਨ ਲੱਗੀ ਸੀ 40-50 ਬੰਦਿਆਂ ਦੀ। ਤਾਂ ਮੈਂ ਥੱਲੇ ਉਤਰੇ, ਮੈਂ ਪੁੱਛਿਆ ਲਾਈਨ ਕਾਹਦੇ ਲਈ ਆ? ਉਹ ਕਹਿੰਦੇ ਵੀ ਵਾਟਰ ਟੈਪ ਆ। ਹਾਂਜੀ। ਬੰਦੇ ਨਹਾਉਣ ਆਏ ਤਾਂ ਪਾਣੀ ਲੈਣ ਆਏ ਆ। ਹਾਂਜੀ। ਮੈਂ ਕਿਹਾ ਇੰਨੇ ਕਿੱਥੋਂ ਆਏ ਆ? ਕਹਿੰਦੇ 10-10 ਕਿਲੋਮੀਟਰ ਤੋਂ ਆਉਂਦੇ ਲੋਕੀ ਪਾਣੀ ਲੈਣ ਲਈ, ਨਾਲੇ ਨਹਾ ਆਵਾਂਗੇ ਤੇ ਨਾਲੇ ਪਾਣੀ ਲੈ ਆਵਾਂਗੇ। ਹੁਣ ਸਾਨੂੰ ਤਾਂ ਅਹਿਸਾਸ ਹੀ ਨਹੀਂ ਇਸ ਗੱਲ ਦਾ। ਅਸੀਂ ਤਾਂ 10 ਲੀਟਰ ਪਾਣੀ ਬਰਸ਼ ਕਰਦੇ ਹਾਂ, ਡੋਲਣ ਵਾਲੇ ਆ। ਜਦੋਂ ਅਸੀਂ ਜਾ ਕੇ ਉਹੋ ਜਿਹੀ ਥਾਵਾਂ ਤੇ ਵੇਖਦੇ ਹਾਂ ਜਾਂ ਤੁਹਾਡੇ ਬੱਚੇ ਜਾ ਕੇ ਵੇਖਣਗੇ ਕਿ ਪਾਣੀ ਦੀ ਇੱਕ ਡ੍ਰੌਪ ਪਾਣੀ ਦੀ ਕੀ ਵੈਲਿਊ ਆ, ਤਾਂ ਉਹਨਾਂ ਨੂੰ ਜ਼ਿੰਦਗੀ ਦੀਆਂ ਅਸਲੀਅਤਾਂ ਤਾਂ ਫਿਰ ਉੱਥੇ ਹੀ ਪਤਾ ਲੱਗਣਾ ਹੈਗਾ, ਉੱਥੇ ਪਤਾ ਲੱਗਣਾ। ਇੱਕ ਹੋਰ ਵੱਡੀ ਗੱਲ ਹੈ ਜੀ, ਮੇਰਾ ਖਿਆਲ ਤੁਹਾਡੇ ਸਕੂਲ 'ਚ ਯੂਨੀਫਾਰਮ ਵੀ ਹੋਏਗੀ। ਸਾਡੇ ਸਕੂਲ 'ਚ ਪੂਰਾ ਜੀ ਯੂਨੀਫਾਰਮ ਹੈ ਜੀ, ਤੇ ਬੱਚਿਆਂ ਨੂੰ ਅਸੀਂ ਬਹੁਤ ਡਿਸਪਲਿਨ ਨਾਲ ਰੱਖੀਦਾ ਵੀ ਸਵੇਰੇ ਆਉਣਾ ਤੇ ਯੂਨੀਫਾਰਮ ਪਾਉਣਾ, ਤੁਸੀਂ ਹੈਪੀ ਹੋਵੋ ਵੀ ਅਸੀਂ ਸਕੂਲ ਦੇ ਪਾਰਟ ਆ। ਸੋ ਅਸੀਂ ਕਾਫੀ ਇਸ ਗੱਲ ਦਾ ਸਟ੍ਰਿਕਟ ਰੱਖੀਦਾ ਵੀ ਯੂਨੀਫਾਰਮ ਪਾਉਣਾ ਚਾਹੀਦਾ। ਸੋ ਉਹ ਪਾ ਕੇ ਆਉਂਦੇ ਜੀ ਬੱਚੇ ਖੁਸ਼ ਆਉਂਦੇ ਜੀ, ਆਉਂਦੇ। ਕਿਸੇ ਦਿਨ ਮੰਗਦੇ ਇੱਕ ਅੱਧਾ ਦਿਨ ਵੀ ਅਸੀਂ ਕਦੀ ਮਹੀਨੇ 'ਚ 1 ਜਾਂ 2 ਵਾਰੀ ਅਸੀਂ ਕਹਿੰਦਾ ਵੀ ਕੋਈ ਨਹੀਂ ਤੁਸੀਂ ਅੱਜ ਯੂਨੀਫਾਰਮ ਨਾ, ਫੋਰ ਐਗਜ਼ਾਮਪਲ ਤਾਂ ਹੈਲੋਵੀਨ ਆਉਣਾ ਆ। ਹਾਂਜੀ। ਉਦੋਂ ਕੋਸਟਿਊਮ ਪਾ ਲੈਂਦੇ ਨੇ। ਹਾਂਜੀ। ਤੇ ਅਸੀਂ ਪਿਛਲੇ ਮਹੀਨੇ ਟੈਰੀ ਫੋਕਸ ਰਨ ਕੀਤਾ ਤੇ ਬੱਚੇ ਨੇ ਬਹੁਤ ਪੈਸੇ ਇਕੱਠੇ ਕੀਤੇ ਡੋਨੇਸ਼ਨ ਵਾਸਤੇ। ਉਸ ਤਰ੍ਹਾਂ ਇੱਕ ਦਿੱਤਾ ਬੱਚੇ ਨੂੰ ਇਨਾਮ ਵੀ ਤੁਸੀਂ ਇੱਕ ਦਿਨ ਕੈਜੂਅਲ ਕਰ ਲਓ। ਸੋ ਇਸ ਤਰ੍ਹਾਂ ਅਸੀਂ ਜ਼ਰੂਰ ਕਰੀਦਾ ਹੈ, ਪਰ ਅਸੀਂ ਡਿਸਪਲਿਨ ਜ਼ਰੂਰ ਰੱਖੀਦਾ ਵੀ ਯੂਨੀਫਾਰਮ ਪਾਉਣਾ ਚਾਹੀਦਾ ਹੈ। ਤੇ ਨਾਲ ਦੀ ਨਾਲ ਜੀ ਇਹ
ਕਲੋਜ਼ ਕੈਂਪਸ ਸਕੂਲ ਆ, ਜਦੋਂ ਬੱਚਾ ਸਵੇਰ ਨੂੰ ਆ ਗਿਆ ਹਾਂਜੀ ਛੁੱਟੀ ਹੋਣ ਤੱਕ ਫਿਰ ਅੰਦਰ ਹੀ ਰਹਿੰਦੇ? ਅੰਦਰ ਹੀ ਵੀਰ ਜੀ, ਸਾਡੇ ਆਸ-ਪਾਸ ਕੋਈ ਸ਼ੋਪਾਂ ਵਗੈਰਾ ਨਹੀਂ ਹੈਗੇ ਜੀ, ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਬਾਹਰ ਜਾਣ, ਕਿਉਂਕਿ ਜਦੋਂ ਬਾਹਰ ਜਾਣ ਸਾਡੀ ਫਿਰ ਸਿਕਿਉਰਿਟੀ ਕੋਈ ਨਹੀਂ ਰਹਿੰਦੀ ਹੈਗੀ। ਸਾਡਾ ਕਲੋਜ਼ ਕੈਂਪਸ ਹੈ, ਆਲੇ ਦੁਆਲੇ ਫੈਂਸ ਲੱਗੀ ਹੋਈ ਹੈ, ਗੇਟ ਲੱਗੇ ਹੋਏ ਨੇ, ਸੇਫਟੀ ਹੈਗੀ ਹੈ ਜੀ, ਤੇ ਕੋਈ ਸਾਡੇ ਕੈਮਰੇ ਲੱਗੇ ਨੇ ਹਰ ਕੋਰਨਰ ਤੇ। ਅੱਛਾ, ਸੋ ਅਸੀਂ ਦੇਖਦੇ ਰਹਿੰਦੇ ਵੀ ਕੌਣ ਆਇਆ ਤੇ ਕੌਣ ਗਿਆ। ਸੋ ਕਾਫੀ ਸੇਫਟੀ ਅਸੀਂ ਇਸ ਤਰ੍ਹਾਂ ਰੱਖੀ ਹੈ, ਕਿਉਂਕਿ ਜੀ ਹੁਣ ਇੱਕ ਬੱਚੇ ਦੇ ਯੂਨੀਫਾਰਮ ਪਾਈ ਆ ਹਾਂਜੀ ਕਲੋਜ਼ ਕੈਂਪਸ ਸਕੂਲ ਦੇ ਵਿੱਚ, ਜੇ ਕਿਤੇ ਬੱਚਾ ਸਕਿਪ ਕਰ ਵੀ ਜਾਵੇ ਹਾਂਜੀ ਤਾਂ ਕਿਤੇ ਨਾ ਕਿਤੇ ਕਿਸੇ ਨੇ ਜ਼ਰੂਰ ਦੇਖਣਾ ਕਿ ਫਲਾਣ ਸਕੂਲ ਦਾ ਬੱਚਾ ਇੱਥੇ ਹੈਗਾ। ਬਿਲਕੁਲ ਜੀ, ਹਨਾ, ਬਿਲਕੁਲ। ਯੂਨੀਫਾਰਮ ਦੇ ਇਹ ਕਈ ਫਾਇਦੇ ਹੈਗੇ, ਜਿੱਥੇ ਨਾਲ ਦੀ ਨਾਲ ਉਹਨਾਂ ਦੇ ਵਿੱਚ ਇੱਕ ਕਿਸੇ ਬੱਚੇ ਵੀ ਇਨਫੀਰੀਟੀ ਕੰਪਲੈਕਸ ਨਹੀਂ ਆਉਂਦਾ, ਇੱਕੋ ਜਿਹੇ ਕੱਪੜੇ ਸਾਰੇ ਪਾਉਂਦੇ ਹੈਗੇ। ਬਿਲਕੁਲ ਜੀ। ਹੁਣ ਤੁਸੀਂ ਕਿਸੇ ਸਕੂਲਾਂ ਵਿੱਚ ਜਾਓਗੇ ਤੇ ਕੋਈ ਬੱਚਾ ਅਮੀਰ ਘਰੋਂ ਹੋਊਗਾ, ਕੋਈ ਗਰੀਬ ਘਰੋਂ ਹੋਊਗਾ, ਉਹਨਾਂ ਦੇ ਬਿਲਕੁਲ ਕੱਪੜੇ ਅਲੱਗ ਹੋਣਗੇ, ਤਾਂ ਫਿਰ ਉਹਨੂੰ ਕਿ ਉਹਨੂੰ ਛੇੜਖਾਨੀ ਹੋਣਾ ਪੈਂਦੀ ਹੈ ਤੇ ਪਿਕਅਪ ਹੋਣਾ ਪੈਂਦਾ, ਤੇ ਇਹ ਕੰਮ ਨਹੀਂ ਹੋਣਾ ਚਾਹੀਦਾ। ਸਕੂਲ ਵਿੱਚ ਵੀਰ ਜੀ ਸਾਰੇ ਬਰਾਬਰ ਹੋਣੇ ਚਾਹੀਦੇ ਆ। ਬਿਲਕੁਲ, ਕਿਉਂਕਿ ਪੜ੍ਹਾਈ ਤਾਂ ਹਰ ਹੱਕਦਾਰ ਹੈ ਨਾ। ਬਿਲਕੁਲ ਸਹੀ ਹੈ ਜੀ। ਤੇ ਇਹਦੇ ਨਾਲ ਜੀ ਖੇਡਾਂ ਬਾਰੇ ਕੀ ਪ੍ਰੋਗਰਾਮ ਨੇ ਆਪਣੇ? ਸਾਡੇ ਜੀ ਸਪੋਰਟਸ ਦਾ ਬਹੁਤ ਹੀ ਇੱਕ ਜ਼ਰੂਰੀ ਹਿੱਸਾ ਆ ਆਪਣੇ ਬੱਚਿਆਂ ਦੀ ਗਰੋਥ ਵਿੱਚ ਜੀ। ਸੋ ਮੈਂ ਪਰਸਨਲੀ ਬਹੁਤ ਬਿਲੀਵ ਕਰਦਾ ਵੀ ਸਿਰਫ ਐਕੈਡੈਮਿਕਸ ਕਾਫੀ ਨਹੀਂ ਹੈਗਾ ਜੀ, ਤੇ ਨਾਲ ਫਿਜ਼ੀਕਲ ਐਕਟੀਵਿਟੀ, ਸਪੋਰਟਸ ਟੀਮਸ ਬਹੁਤ ਜ਼ਰੂਰੀ ਆ ਜੀ। ਬੱਚੇ ਸਪੋਰਟਸ ਖੇਲਣਗੇ ਤਾਂ ਇੱਕ ਤਾਂ ਸਿਰਫ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ ਮਿਲੇਗੀ ਕਿਉਂਕਿ ਉਹ ਤੰਦਰੁਸਤ ਰਹਿਣਗੇ, ਤੇ ਦੂਜੀ ਗੱਲ ਟੀਮ ਦੇ ਨਾਲ ਖੇਲਣਾ, ਕਿਸ ਤਰ੍ਹਾਂ ਖੇਲਣਾ, ਕਦੀ ਹਾਰਨਾ ਕਦੀ ਜਿੱਤਣਾ, ਬਹੁਤ ਕੁਝ ਲਰਨ ਕਰਨਗੇ ਜੀ। ਸੋ ਅਸੀਂ ਬਾਸਕਟਬਾਲ ਟੀਮ ਬਣਾ ਰਹੇ ਹਾਂ, ਸਾਡੀ ਸੌਕਰ ਟੀਮ ਬਣ ਰਹੀ ਹੈ, ਇਹ ਤਾਂ ਹੋਰ ਵੀ ਸਾਡੇ ਵਾਲੀਬਾਲ ਵਗੈਰਾ ਟੀਮਾਂ ਬਣ ਗਈਆਂ, ਤੇ ਅਸੀਂ ਸੌਫਟ ਸਕਿੱਲਸ ਵੀ ਸਿਖਾ ਰਹੇ ਹਾਂ। ਸੌਫਟ ਸਕਿੱਲਸ ਫੋਰ ਐਗਜ਼ਾਮਪਲ ਕਿਸ ਤਰ੍ਹਾਂ ਗੱਲਬਾਤ ਕਿਸ ਤਰ੍ਹਾਂ ਕਰਨੀ, ਇਹ ਬਹੁਤ ਜ਼ਰੂਰੀ ਵੀਡੀਓ ਅੱਜ ਕੱਲ੍ਹ। ਬਿਲਕੁਲ, ਹੈ ਨਾ, ਕਿਉਂਕਿ ਬੱਚਿਆਂ ਨੂੰ ਬਹੁਤ ਸਮਾਰਟ ਹੋ ਸਕਦੇ ਨੇ ਪਰ ਕਈ ਬੱਚਿਆਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਗੱਲਬਾਤ ਕਿਸ ਤਰ੍ਹਾਂ ਕਰਨੀ। ਸੋ ਉਹ ਵੀ ਸਿਖਾਉਂਦੇ ਹਾਂ। ਹੋਰ ਸਕਿੱਲਸ ਚੈਸ, ਡਿਬੇਟਿੰਗ, ਡਾਂਸ ਕਰਨਾ, ਇਹ ਸਾਰਾ ਕੁਝ ਸਿਖਾ ਰਹੇ ਹਾਂ। ਠੀਕ ਹੈ। ਸੋ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸਾਡਾ ਨਾਮ ਜ਼ਰੂਰ ਸੁਣੋਗੇ ਟੀਵੀ ਵਿੱਚ। ਗੱਤਕਾ ਵਗੈਰਾ ਵੀ? ਗੱਤਕਾ ਚੱਲ ਰਿਹਾ, ਹਾਂਜੀ। ਠੀਕ ਹੈ, ਮਾਰਸ਼ਲ ਆਰਟ ਦੀਆਂ ਕਲਾਸਾਂ? ਮਾਰਸ਼ਲ ਆਰਟ ਚੱਲ ਰਿਹਾ, ਹਾਂਜੀ। ਮਤਲਬ ਤੁਸੀਂ ਲਗਭਗ ਸਾਰਾ ਕੁਝ ਕਵਰ ਕੀਤਾ ਹੋਇਆ ਜੀ? ਆਈ ਥਿੰਕ ਸੋ। ਸਾਰਾ ਕੁਝ ਜੋ ਨਹੀਂ ਹੈ ਉਸ ਕਵਰ ਕਰ ਲਵਾਂਗੇ। ਸਾਡੀ ਕੋਸ਼ਿਸ਼ ਇਹੀ ਹੈ ਵੀ ਜਿਹੜੀ ਚੀਜ਼ ਬੱਚੇ ਦੀ ਡਿਵੈਲਪਮੈਂਟ ਚਾਹੀਦੀ ਆ ਉਹ ਹੋਣੀ ਚਾਹੀਦੀ ਹੈ। ਫਿਰ ਇਹਦੇ ਵਾਸਤੇ ਜੀ ਤੁਹਾਡੇ ਕੋਲੇ ਕੀਰਤਨ ਲਈ ਤੇ ਗੁਰਬਾਣੀ ਲਈ ਉਹ ਸਾਰੇ ਫਿਰ ਟੀਚਰ ਰੱਖੇ ਆ ਜੀ ਸਪੈਸ਼ਲ? ਅਸੀਂ ਟੀਚਰ ਰੱਖੇ ਹੋਏ ਨਹੀਂ, ਸਿਰਫ ਪੰਜਾਬੀ ਦੇ ਟੀਚਰ ਜਿਹੜੇ ਹੈਗੇ ਉਹ ਪੰਜਾਬੀ ਦੇ ਐਕਸਪਰਟ ਨੇ ਜੀ, ਤੇ ਜਿਹੜੇ ਕੀਰਤਨ ਦੇ ਐਕਸਪਰਟ ਨੇ ਉਹ ਵੀ ਕੀਰਤਨ ਕਰਦੇ ਨੇ, ਤੇ ਮੇਰੇ ਵਰਗਾ ਮੈਥਮੈਟਿਕਸ ਕਰ ਲਈਦੀ ਸੀ। ਠੀਕ ਹੈ ਜੀ। ਬੱਚਿਆਂ ਦਾ ਹੁਣ ਅੱਜ ਦੀ ਜਨਰੇਸ਼ਨ ਦਾ ਮੈਥਮੈਟਿਕਸ ਤੋਂ ਬਹੁਤ ਬੱਚੇ ਭੱਜ ਰਹੇ ਆ ਜੀ। ਹਾਂਜੀ, ਸਪੈਸ਼ਲੀ ਤੁਸੀਂ ਅੱਜ ਮਾਸਟਰ ਮੈਨੂੰ ਟੱਕਰਿਓ ਮੈਥ ਦੇ। ਤੁਸੀਂ ਮੈਨੂੰ ਦੱਸੋ ਵੀ ਇਹ ਤਾਂ ਬੜੀ ਮਤਲਬ ਲੌਜਿਕ ਜਿਹੜਾ ਸਬਜੈਕਟ ਆ। ਹਾਂਜੀ, ਹੈ ਨਾ, ਸਾਰਾ ਕੁਛ 2 ਗੁਣਾ 2 4 ਹੁੰਦਾ। ਹਾਂਜੀ ਹਾਂਜੀ, ਹੈ ਨਾ, ਇੱਥੇ ਕੁਛ ਤੁਹਾਨੂੰ ਮੰਨ ਕੇ ਨਹੀਂ ਚੱਲਣਾ ਪੈਂਦਾ, ਸਾਰੀਆਂ ਚੀਜ਼ਾਂ ਪ੍ਰੂਵਨ ਨੇ। ਬਿਲਕੁਲ ਜੀ। ਪਰ ਬੱਚੇ ਕਿਉਂ ਮੈਥ ਤੋਂ ਜਲਦੇ ਆ? ਮੈਥ ਤੋਂ ਜਲਦੀ ਜੀ ਮੇਰੇ ਖਿਆਲ ਸ਼ਾਇਦ ਤਾਂ ਉਹਨੂੰ ਮੈਥ ਸਮਝ ਨਹੀਂ ਆਉਂਦੀ, ਜਾਂ ਤਾਂ ਕੋਈ ਮੈਥਮੈਟਿਕਸ ਪੜ੍ਹਾ ਸਹੀ ਨਹੀਂ ਰਿਹਾ, ਆਈ ਡੋਂਟ ਨੋ। ਪਰ ਮੈਥਮੈਟਿਕਸ ਇਹ ਮੈਂ ਜ਼ਰੂਰ ਜਾਣਦਾ ਵੀ ਮੈਥਮੈਟਿਕਸ ਇੱਕ ਬਹੁਤ ਇੰਪੋਰਟੈਂਟ ਵਾਈਟਲ ਹਿੱਸਾ ਆ ਬੱਚੇ ਦੀ ਪੜ੍ਹਾਈ ਵਿੱਚ ਜੀ। ਮੈਥਮੈਟਿਕਸ ਦੇ ਬਿਨਾਂ ਵੀਰ ਜੀ ਕੋਈ ਕੰਮ ਕਰ ਹੋਊਗਾ ਜਿਸ 'ਚ ਮੈਥਮੈਟਿਕਸ ਨਹੀਂ ਚੱਲਦਾ। ਸਹੀ, ਤੇ ਇਹ ਪ੍ਰੂਵਨ ਸਾਇੰਟੀਫਿਕ ਫੈਕਟ ਆ ਕਿ ਜਿਹੜੇ ਬੱਚੇ ਮੈਥਮੈਟਿਕਸ ਵਿੱਚ ਕਿਸੇ ਹੱਦ ਤੱਕ ਸਹੀ ਆ ਉਹ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਪੈਸੇ ਕਮਾਉਣਗੇ ਤੇ ਜ਼ਿਆਦਾ ਸਫਲ ਹੋਣਗੇ। ਸੋ ਜਿਹੜੇ ਬੱਚੇ ਮੈਥਮੈਟਿਕਸ ਤੋਂ ਡਰਦੇ ਨੇ ਜਾਂ ਭਾਗਦੇ ਨੇ, ਉਹਨਾਂ ਨੂੰ ਮੈਸੇਜ ਦੇ ਰਿਹਾ ਵੀ ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਵੀ ਤੁਸੀਂ ਮੈਥਮੈਟਿਕਸ ਵਿੱਚ ਥੋੜ੍ਹਾ ਬਹੁਤ ਸਫਲ ਹੋਵੋਗੇ ਤਾਂ ਤੁਸੀਂ ਲਾਈਫ ਵਿੱਚ ਤੁਹਾਡੇ ਚਾਂਸਿਸ ਬੈਟਰ ਹੈਗੇ ਨੇ। ਸਾਡੇ ਦੇਖਣ ਸੁਣਨ ਵਾਲਿਆਂ ਦੇ ਬੱਚੇ ਵੀ ਹੋ ਸਕਦਾ ਜੀ ਮੈਥ ਦੇ ਵਿੱਚ ਪਿੱਛੇ ਹੋਣ। ਅੱਛਾ ਜੀ। ਕੀ ਕਰਨਾ ਚਾਹੀਦਾ? ਪੇਰੈਂਟ ਹੁਣ ਕੀ ਕਰ ਸਕਦੇ ਆ? ਪੇਰੈਂਟਸ ਵੀ ਤੁਸੀਂ ਸਿਰਫ ਬੱਚੇ ਨੂੰ ਸਪੋਰਟ ਕਰ ਸਕਦੇ ਹੋ, ਤੁਸੀਂ ਜ਼ੋਰ ਨਾਲ ਤਾਂ ਕਿਸੇ ਨੂੰ ਪੜ੍ਹਾਈ 'ਚ ਨਹੀਂ ਪਾ ਸਕਦੇ ਨਾ। ਬੱਚੇ ਨੂੰ ਸਪੋਰਟ ਕਰੋ, ਉਹਨਾਂ ਨੂੰ ਹੌਸਲਾ ਅਫਜ਼ਾਈ ਕਰੋ, ਤੇ ਅਗਰ ਬੱਚੇ ਨੂੰ ਕੋਈ ਮੁਸ਼ਕਿਲ ਪੈ ਰਹੀ ਹੈ ਬੱਚੇ ਨੂੰ ਇਹ ਕਹੋ ਵੀ ਜਾ ਕੇ ਟੀਚਰ ਨੂੰ ਮਿਲੋ। ਬੱਚੇ ਵੀ ਜੀ ਟੀਚਰ ਨੂੰ ਮਿਲਦੇ ਨਹੀਂ, ਕਲਾਸ ਵਿੱਚ ਜਾ ਕੇ ਸੁਣਦੇ ਆ, ਲਿਖ ਲੈਂਦੇ ਨੇ, ਤੇ ਕੋਈ ਮੁਸ਼ਕਿਲ ਹੁੰਦੀ ਹੈ ਤਾਂ ਬੱਚੇ ਟੀਚਰ ਨੂੰ ਜਾ ਕੇ ਮਿਲਦੇ ਨਹੀਂ, ਮੈਂ ਇਹ ਦੇਖਿਆ। ਅੱਛਾ, ਸੋ ਮੈਂ ਬੱਚਿਆਂ ਨੂੰ ਇਹ ਕਹੂੰਗਾ ਤੁਹਾਨੂੰ ਕੋਈ ਡਿਫਿਕਲਟੀ ਪੈ ਰਹੀ ਹੈ ਸਬਜੈਕਟ ਵਿੱਚ, ਪਹਿਲਾਂ ਆਪਣੀ ਟੀਚਰ ਨੂੰ ਜਾ ਕੇ ਮਿਲੋ, ਟੀਚਰ ਨਾਲ ਗੱਲਬਾਤ ਕਰੋ, ਤੇ ਕੋਈ ਟੀਚਰ ਹੋਊਗੀ ਜਿਹੜੇ ਕਹੋਗੀ ਮੈਂ ਤੁਹਾਡੀ ਹੈਲਪ ਨਹੀਂ ਕਰਨੀ। ਬਿਲਕੁਲ। ਮੇਰੇ ਕੋਲ ਬੱਚੇ ਕੀ ਆਉਂਦੇ ਨੇ ਸਕੂਲ ਤੋਂ ਬਾਅਦ, ਕਦੇ ਕਿਸੇ ਨੂੰ ਇਨਕਾਰ ਨਹੀਂ ਕੀਤਾ, ਸਾਨੂੰ ਖੁਸ਼ੀ ਮਿਲਦੀ, ਖੁਸ਼ੀ ਮਿਲਦੀ ਹੈ ਬੱਚਾ ਆਹ ਸਿੱਖਣਾ ਮੰਗਦਾ ਆ, ਉਹਨੂੰ ਸਮਝ ਨਹੀਂ ਆ ਰਹੀ ਤੇ ਉਹ ਸਮਝਣਾ ਮੰਗਦਾ ਆ, ਸਾਨੂੰ ਖੁਸ਼ੀ ਮਿਲਦੀ ਹੈ ਜੀ। ਸੋ ਮੈਂ ਬੱਚਿਆਂ ਨੂੰ ਕਹੂੰ ਤੁਸੀਂ ਯੂ ਹੈਵ ਟੂ ਗੋ ਐਂਡ ਸੀ ਯੂਰ ਟੀਚਰ ਇਫ ਯੂ ਆਰ ਹੈਵਿੰਗ ਡਿਫਿਕਲਟੀਜ਼, ਟੀਚਰ ਵਿਲ ਹੈਲਪ ਯੂ।
ਇੰਡੀਪੈਂਡੈਂਟ ਸਕੂਲ ਚਲਾਉਣਾ ਜੀ ਦੋ ਤਰ੍ਹਾਂ ਦੇ ਹੁਣ ਸਕੂਲ ਨੇ ਸਿਸਟਮ ਦੇ ਵਿੱਚ। ਹਾਂਜੀ। ਇੱਕ ਤਾਂ ਹੈਗੇ ਆ ਇੰਡੀਪੈਂਡੈਂਟ ਸਕੂਲ ਐਜ਼ ਏ ਬਿਜ਼ਨਸ ਰਨ ਹੋ ਰਹੇ ਆ। ਹਾਂਜੀ। ਕਿ ਪੈਸੇ ਕਮਾਉਣ ਦੇ ਮਾਈਂਡ ਨਾਲ ਚਲਾਏ ਜਾ ਰਹੇ ਆ। ਹਾਂਜੀ। ਵੱਡੀਆਂ ਫੀਸਾਂ ਰੱਖੀਆਂ ਹੋਈਆਂ ਨੇ। ਹਾਂਜੀ। ਤੁਹਾਡੇ ਸਕੂਲ ਦੀ ਫੀਸ ਵੀ ਬਹੁਤ ਮਿਨੀਮਲ ਜੀ ਰੱਖੀ ਹੈ ਜੀ। ਹਾਂਜੀ। ਉਹਦੇ ਪਿੱਛੇ ਕੀ ਕਾਰਨ ਹੈ? ਸਾਡੀ ਸਕੂਲ ਦੀ ਫੀਸ ਤੁਸੀਂ ਬਾਕੀ ਸਕੂਲ ਦੇਖੋਗੇ, ਕਈ ਪ੍ਰਾਈਵੇਟ ਸਕੂਲ ਹੈਗੇ ਨੇ 15, 20, 22,000 ਸਾਲ ਦਾ ਚੱਲਦਾ ਹੈ। ਤੇ ਆਪਣੇ ਜਿਹੜੇ 4 ਸਕੂਲ ਨੇ ਉਹਨਾਂ ਦੀ ਫੀਸ ਵੀ 15, 20,000 ਦੀ ਪਰ ਫਿਰ ਵੀ ਰੀਜ਼ਨਬਲ ਹੈਗੀ ਹੈ। ਪਰ ਸਾਡੀ ਫੀਸ ਜੀ ਸਾਰੇ ਸਕੂਲਾਂ ਨਾਲੋਂ ਘੱਟ ਆ। ਅਸੀਂ ਰੱਖੀ ਇਸ ਕਰਕੇ ਵੀ ਜਿਹੜੇ ਆਮ ਆਪਣੇ ਭੈਣ ਭਰਾ ਆ ਉਹ ਅਫੋਰਡ ਕਰ ਸਕਣ। ਸੂਰਜ ਸਿੰਘ ਜੀ, ਟੀਚਰਾਂ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ। ਹਾਂਜੀ। ਜਦੋਂ ਕਲਾਸ ਸਾਈਜ਼ ਛੋਟੇ ਕੀਤੇ ਸਕੂਲ ਬੋਰਡ ਨੇ ਤਾਂ ਉਹਦੇ ਨਾਲ ਵੱਡੀ ਲੋੜ ਪੈ ਗਈ। ਬਿਲਕੁਲ ਜੀ। ਤੇ ਟੀਚਰਾਂ ਦੀ ਬਹੁਤ ਵੱਡੀ ਹਾਇਰਿੰਗ ਸ਼ੁਰੂ ਹੋ ਗਈ। ਉਹਦੇ ਵਿੱਚ ਓਬਵੀਅਸਲੀ ਜਿਹੜੇ ਇੰਡੀਪੈਂਡੈਂਟ ਸਕੂਲ ਨੇ ਉਹਨਾਂ ਨੂੰ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ। ਹਾਂਜੀ। ਹਾਂਜੀ। ਤੁਹਾਡੇ ਕੋਲ ਕਿੱਦਾਂ ਹੈਗਾ ਜੀ ਟੀਚਰਾਂ ਦਾ? ਵੀਰ ਜੀ, ਤੁਸੀਂ ਆਮ ਦੇਖੋਗੇ ਤਾਂ ਹਰ ਸਕੂਲ ਇਹ ਕਹੂਗਾ, ਪਰਟੀਕੁਲਰਲੀ ਆਪਣੇ ਪ੍ਰਾਈਵੇਟ ਸਕੂਲ ਜੀ, ਵੀ ਕੁਆਲੀਫਾਈਡ ਟੀਚਰਸ ਮਿਲਣੇ ਬਹੁਤ ਮੁਸ਼ਕਿਲ ਹੈ। ਹਾਂਜੀ। ਸੋ ਸਾਨੂੰ ਵੀ ਮੁਸ਼ਕਿਲ ਬਿਲਕੁਲ ਫੀਲ ਹੋਈ ਹੈ ਜੀ। ਹਾਂਜੀ। ਹਾਂਜੀ। ਤੇ ਪਰ ਅਸੀਂ ਫਿਰ ਵੀ ਖੁਸ਼ਕਿਸਮਤ ਹਾਂ ਵੀ ਸਾਡੇ ਤਕਰੀਬਨ ਸਾਰੇ ਟੀਚਰਸ ਕੁਆਲੀਫਾਈਡ ਟੀਚਰਸ ਨੇ। ਠੀਕ ਹੈ। ਸਾਡੇ 1-2 ਜਿਹੜੇ ਨਹੀਂ ਤੇ ਸਾਡੇ ਤਕਰੀਬਨ ਸਾਰੇ ਕੁਆਲੀਫਾਈਡ ਟੀਚਰਸ ਨੇ। ਮੇਰੇ ਖਿਆਲ ਤੁਸੀਂ ਕਿਸ ਤਰ੍ਹਾਂ ਜੇ ਕੰਮ ਕਰਨਾ, ਜੇ ਤੁਸੀਂ ਟੀਚਰ ਹੋ ਮੁੱਖ, ਤੁਸੀਂ ਉਸ ਸਕੂਲ 'ਚ ਕੰਮ ਕਰਨਾ ਚਾਹੋਗੇ ਜਿੱਥੇ ਤੁਹਾਨੂੰ ਖੁਸ਼ੀ ਮਿਲਦੀ ਹੈ। ਬਿਲਕੁਲ ਜੀ। ਹਾਂਜੀ। ਬੇਸ਼ੱਕ ਟੀਚਰਸ ਕਮੀ ਆ। ਹਾਂਜੀ। ਪਰ ਮੈਂ ਇਹ ਸਮਝੂਗਾ ਵੀ ਜਿਹੜੇ ਸਾਡੇ ਟੀਚਰ ਸਾਡੇ ਕੋਲ ਕੰਮ ਕਰਦੇ ਆ ਜੀ, ਉਹ ਸਾਡੇ ਕੋਲ ਕੰਮ ਕਰਨਾ ਚਾਹੁੰਦੇ ਆ। ਠੀਕ ਹੈ। ਸੋ ਮੇਰੇ ਖਿਆਲ ਇਸ ਕਰਕੇ ਸਾਨੂੰ ਕਮੀ ਹੋਈ ਫੀਲ, ਸਾਡਾ ਫੀ ਵੀ ਘਾਟ ਇਹ ਪੂਰੀ ਹੋ ਗਈ ਤਕਰੀਬਨ। ਠੀਕ ਹੈ। ਹਾਂਜੀ। ਹੁਣ ਹੈਗਾ ਜੀ ਸਿੱਖ ਸਕੂਲਾਂ ਦੇ ਵਿੱਚ ਆਮ ਤੌਰ ਤੇ ਜਿਵੇਂ ਤੁਸੀਂ ਦੇਖੇ ਡੇਲੀ ਗੁਰਦੁਆਰਾ ਸਾਹਿਬ ਦੀ ਕਾਰਵਾਈ ਬੱਚੇ ਕਰਦੇ ਆ। ਹਾਂਜੀ। ਉਹਦੇ ਨਾਲ ਫਿਰ ਗੁਰਪੁਰਬ ਵੀ ਸੈਲੀਬ੍ਰੇਟ ਕਰਦੇ ਹੋ? ਹਾਂਜੀ ਵੀਰ ਜੀ, ਅਸੀਂ ਜਿੱਦਾਂ ਤੁਹਾਨੂੰ ਦੱਸਿਆ ਵੀ ਅਸੀਂ ਹਰ ਸਵੇਰੇ ਬੱਚੇ ਕੀਰਤਨ ਕਰਦੇ ਨੇ, ਗੁਰਦੁਆਰਾ ਸਾਹਿਬ ਜਾਂਦੇ ਨੇ, ਤੇ ਜਦੋਂ ਆਪਣੇ ਗੁਰਪੁਰਬ ਆਉਂਦੇ ਨੇ ਅਸੀਂ ਉਹ ਵੀ ਸੈਲੀਬ੍ਰੇਸ਼ਨ ਕਰੀਦੀ ਆ ਬੱਚਿਆਂ ਦੇ ਨਾਲ ਹੀ। ਹੁਣ ਤਾਂ ਆਪਣੇ ਗੁਰੂ ਨਾਨਕ ਦੇਵ ਜੀ ਦਾ ਜਨਮ ਆ ਰਿਹਾ ਆ, ਅਸੀਂ ਉਸ ਵੀ ਬਹੁਤ ਧੂਮਧਾਮ ਨਾਲ ਮਨਾਵਾਂਗੇ। ਫਿਰ ਉਸ ਦਿਨ ਹੌਟ ਲੰਚ ਮਿਲਦਾ ਹੀ ਬੱਚਿਆਂ ਨੂੰ ਉੱਥੇ? ਹਾਂਜੀ। ਇਹ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਅਸੀਂ ਕੋਸ਼ਿਸ਼ ਕਰਨੀ ਵੀ ਆਪਣੇ ਬੱਚੇ ਕਿਸ ਸੇਵਾ ਵਿੱਚ ਲੱਗਣ ਜੀ। ਵੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਬੜਾ ਮਕਸਦ ਸੀਗਾ ਦੁਨੀਆ ਨੂੰ ਇੱਕ ਰੱਖਣਾ ਤੇ ਸੇਵਾ ਤੇ ਕਮਿਊਨਿਟੀ ਸਰਵਿਸ। ਸੋ ਅਸੀਂ ਉਸ ਵੇਲੇ ਕੋਸ਼ਿਸ਼ ਕਰਨੀ ਆ ਕਿ ਬੱਚਿਆਂ ਨੂੰ ਸੇਵਾ ਬਾਰੇ ਬਹੁਤ ਦੱਸਿਆ ਜਾਵੇ। ਹੁਣ ਸੇਵਾ ਦੀ ਗੱਲ ਕੀਤੀ ਹੈ ਜੀ, ਵੋਲੰਟੀਅਰ ਵਰਕ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਜਦੋਂ ਬੱਚਾ ਯੂਨੀਵਰਸਿਟੀਆਂ 'ਚ ਵੀ ਜਾਂਦਾ ਉਹਨਾਂ ਦਾ ਇੱਕ ਸਪੈਸ਼ਲ ਖਾਨਾ ਰੱਖਿਆ ਹੋਇਆ, ਤੁਸੀਂ ਵੋਲੰਟੀਅਰ ਵਰਕ ਕੀਤਾ। ਉਹ ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਦੇ ਹੋ ਵੋਲੰਟੀਅਰ ਵਰਕ ਲਈ? ਅਸੀਂ ਜੀ ਮੋਟੀਵੇਟ ਇਸ ਤਰ੍ਹਾਂ ਕਰਦਾ ਵੀ ਅਸੀਂ ਬੱਚੇ ਨੂੰ, ਮੈਂ ਖੁਦ ਬੱਚੇ ਨੂੰ ਕਈ ਵਾਰ ਕਹਿੰਦਾ ਵੀ ਜਿੱਦਾਂ ਪਹਿਲਾਂ ਕਿਹਾ ਸੀਗਾ ਮੈਂ ਵੀ ਨੰਬਰ ਲੈਣੇ ਕਾਫੀ ਨਹੀਂ ਹੈਗੇ ਜੀ। ਯੂਨੀਵਰਸਿਟੀਜ਼, ਕਾਲਜਿਸ ਤੇ ਦੁਨੀਆ ਅੱਜ ਕੱਲ੍ਹ ਉਹਨਾਂ ਬੱਚਿਆਂ ਦੀ ਭਾਲ ਵਿੱਚ ਆ ਜਿਹੜੇ ਬੜੀ ਹੋ ਕੇ ਦੁਨੀਆ ਨੂੰ ਚੇਂਜ ਕਰਨਗੇ। ਬਿਲਕੁਲ ਜੀ, ਇਹ ਲਫ਼ਜ਼ ਹੈ ਜੀ। ਯੂਨੀਵਰਸਿਟੀਜ਼ ਉਹ ਸਟੂਡੈਂਟਸ ਮੰਗਦੇ ਨੇ ਜੀ, ਦੋਜ਼ ਹੂ ਵਿਲ ਚੇਂਜ ਦ ਵਰਲਡ ਜੀ। ਤੇ ਚੇਂਜ ਵਰਲਡ ਕਰਕੇ ਤੁਹਾਨੂੰ ਕਮ ਸੇ ਕਮ ਮਹਿਸੂਸ ਤਾਂ ਹੋਣਾ ਚਾਹੀਦਾ ਵੀ ਦੁਨੀਆ 'ਚ ਕੀ ਮੁਸ਼ਕਿਲਾਂ ਨੇ। ਤੁਸੀਂ ਜੇ ਸੇਵਾ ਨਾ ਕਰੋਗੇ ਤੁਹਾਨੂੰ ਕਿੱਥੋਂ ਪਤਾ ਲੱਗੂਗਾ ਵੀ ਦੁਨੀਆ ਦੀ ਕੀ ਮੁਸ਼ਕਿਲਾਂ ਨੇ। ਜਿਹਨਾਂ ਕੋਲ ਘਰ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਨਾ ਮਿਲੋਗੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗੂਗਾ। ਜਿਹੜੇ ਰੋਡਸ ਤੇ ਰਹਿੰਦੇ ਨੇ ਤੁਸੀਂ ਉਹਨਾਂ ਨਾਲ ਨਾ ਮਿਲੋਗੇ ਤੁਹਾਨੂੰ ਫੀਲ ਕਿੱਦਾਂ ਹੋਵੇਗਾ। ਸੋ ਇਸ ਕਰਕੇ ਬੱਚਿਆਂ ਨੂੰ ਅਸੀਂ ਇਹੀ ਰੋਜ਼ ਦੱਸੀਦਾ ਤੇ ਸਿਖਾਈ ਦਾ ਵੀ ਤੇ ਕਿਰਾਏ ਦਾ ਵੀ ਆ ਵੀ ਤੁਸੀਂ ਜਿਹੜੇ ਜਿਹਨਾਂ ਕੋਲ ਕੁਛ ਨਹੀਂ ਹੈਗਾ ਉਹਨਾਂ ਨੂੰ ਕੁਛ ਦੇਵੋ। ਸੋ ਇਹ ਸੇਵਾ ਜ਼ਰੂਰੀ ਹੈ ਵੀਰ ਜੀ। ਵੈਰੀ ਗੁੱਡ ਜੀ। ਨਾਲ ਦੀ ਨਾਲ ਵੀਰ ਜੀ ਹੁਣ ਇੱਕ ਤਾਂ ਹੋ ਗਿਆ ਅਸੀਂ ਗੁਰਪੁਰਬ ਸੈਲੀਬ੍ਰੇਟ ਕਰੇ ਜਿਹੜੇ ਸਾਡੇ ਨਾਲ ਸੰਬੰਧਿਤ ਤਿਉਹਾਰ ਹੈਗੇ, ਸਾਡੇ ਧਾਰਮਿਕ ਤਿਉਹਾਰ ਨੇ। ਨਾਲ ਨਾਲ ਹੈਗੇ ਕਿ ਸਾਡੇ ਇੱਥੋਂ ਦੇ ਜਿਹੜੇ ਅਸੀਂ ਕੈਨੇਡੀਅਨ ਕਲਚਰ 'ਚ ਰਹਿ ਰਹੇ ਹਾਂ ਇਹਨਾਂ ਦੇ ਦਿਨ ਆਉਂਦੇ ਆ। ਥੈਂਕਸ ਗਿਵਿੰਗ ਡੇ ਆ ਗਿਆ ਜਾਂ ਹੁਣ ਹੈਲੋਵੀਨ ਆਉਣੀ ਆ, ਕ੍ਰਿਸਮਸ ਆਉਣੀ ਆ, ਉਹਦੇ ਲਈ ਵੀ ਫਿਰ ਬੱਚਿਆਂ ਨੂੰ ਕਰਦੇ ਹੋ ਸੈਲੀਬ੍ਰੇਟ ਸਕੂਲ? ਹਾਂ ਵੀਰ ਜੀ, ਅਸੀਂ ਕਦੀ ਭੁੱਲਦੇ ਨਹੀਂ। ਅਸੀਂ ਧਾਰਮਿਕ ਸਕੂਲ ਹਾਂ, ਅਸੀਂ ਕਲਚਰਲ ਸਕੂਲ ਹਾਂ ਜੀ, ਪਰ ਅਸੀਂ ਸਕੂਲ ਹਾਂ। ਬਿਲਕੁਲ, ਕਦੀ ਭੁੱਲਦੇ। ਸੋ ਅਸੀਂ ਆਪਣੇ ਗੁਰਪੁਰਬ, ਆਪਣੇ ਦਿਨ ਦਿਹਾੜ ਮਨਾਈ ਦੇ ਧੂਮਧਾਮ ਨਾਲ ਜੀ, ਪਰ ਜੋ ਕੈਨੇਡੀਅਨ ਕਲਚਰ ਦੇ ਨਾਲ ਸੰਬੰਧ ਕਰਦੇ ਦਿਨ ਦ ਟੈਰੀ ਫੌਕਸ ਰਨ, ਹੈਲੋਵੀਨ, ਈਸਟਰ, ਕ੍ਰਿਸਮਸ, ਇਹਨਾਂ ਦਾ ਜ਼ਿਕਰ ਵੀ ਕਰੀਦਾ ਆ। ਵੈਰੀ ਗੁੱਡ ਜੀ। ਉਹ ਕੈਨੇਡਾ ਵੀ ਗਾਉਂਦੇ ਜੀ? ਬਿਲਕੁਲ ਜੀ। ਜੋ ਅਸੀਂ ਅਸੈਂਬਲੀ ਕਰੀਦੀ ਹੈ ਗੁਰਦੁਆਰਾ ਸਾਹਿਬ ਵਿੱਚ ਤਾਂ ਨਹੀਂ, ਪਰ ਜੋ ਅਸੀਂ ਅਲੱਗ ਅਸੈਂਬਲੀ ਕਰੀਦੀ ਕਦੀ ਉਸ ਅਸੀਂ ਉਹ ਕੈਨੇਡਾ ਜ਼ਰੂਰ ਗਾਉਂਦੇ। ਵੀ ਜੀ ਕੈਨੇਡਾ 'ਚ ਰਹਿੰਦੇ ਆ, ਵਾਈ ਨਾਟ, ਯੂ ਹੈਵ ਟੂ ਡੂ। ਸਾਡਾ ਇਹੀ ਘਰ ਹੈ ਜੀ।
you have to do it। ਹੁਣ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਟ੍ਰਿਪ ਪਲਾਨ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਇੰਡੀਆ ਰਾਜਸਥਾਨ ਜਾਣ ਦਾ, ਹਾਂਜੀ, ਉਹ 'ਚ ਫਿਰ ਸਿਲੈਕਟਡ ਬੱਚੇ ਜਾਣਗੇ ਜੀ? ਉਸ ਵਿੱਚ ਹੀ ਬੱਚੇ ਜਿਹੜੇ ਅਪਲਾਈ ਕਰਨਗੇ ਅਸੀਂ ਉਹਨਾਂ ਬੱਚਿਆਂ ਦਾ ਸੋਚਾਂਗੇ ਵੀ ਕੀ ਇਹ ਬੱਚੇ ਉੱਥੇ ਜਾ ਕੇ ਕੀ ਸਿੱਖਣਗੇ। ਸੋ ਜੇ ਕੋਈ ਬੱਚਾ ਸਾਨੂੰ ਇਹ ਕਹੇਗਾ ਵੀ ਮੈਂ ਉੱਥੇ ਜਾ ਰਿਹਾ ਵੈਕੇਸ਼ਨ ਲਈ ਤਾਂ ਮੈਂ ਉਹਨੂੰ ਨਹੀਂ ਲੈ ਕੇ ਜਾਵਾਂਗਾ ਜੀ, ਕਿਉਂਕਿ ਬੱਚੇ ਅਸੀਂ ਉਹ ਲਿਜਾਵਾਂਗੇ ਜਿਹੜੇ ਕੁਛ ਉੱਥੇ ਜਾ ਕੇ ਸਿੱਖਣਗੇ, ਕੁਛ ਬਣਨਗੇ, ਜਿਹੜੇ ਉੱਥੇ ਕੁਛ ਲਰਨ ਕਰਨਗੇ ਜਾਂ ਕਿਸੇ ਨੂੰ ਕੁਛ ਦੱਸਣਗੇ, ਤੇ ਉਹਨਾਂ ਬੱਚਿਆਂ ਵਾਸਤੇ ਆ। ਤੇ ਆਮ ਬੱਚੇ ਇਹ ਲਾਈਕ ਕਰਨਗੇ। ਬਿਲਕੁਲ ਜੀ, ਕਿਉਂਕਿ ਮੇਰੇ ਖਿਆਲ ਤੁਹਾਡੇ ਕੋਲ ਤਾਂ ਉੱਥੇ ਬਹੁਤ ਵੱਡੀ ਫੈਸਿਲਿਟੀ ਵੀ ਹੈਗੀ ਆ, ਸਾਰੇ ਬੱਸਾਂ ਕਾਰਾਂ ਦਾ ਸਾਰੇ ਪ੍ਰਬੰਧ ਹੈ ਜੀ। ਮੈਂ ਇਸ ਤਰ੍ਹਾਂ ਦਾ ਕੰਮ ਨਵਾਂ ਨਹੀਂ, ਮੈਨੂੰ 12-14 ਸਾਲ ਹੋ ਗਏ ਨੇ ਵਲੰਟੀਅਰ ਕਰਦੇ ਨੇ। ਮੈਂ ਹੈਬੀਟੈਟ ਫॉर ਹਿਊਮੈਨਿਟੀ ਇੱਕ ਚੈਰਿਟੀ ਹੈ, ਉਹਨਾਂ ਨਾਲ ਮੈਨੂੰ 12 ਸਾਲ ਉਹਨਾਂ ਨਾਲ ਮੈਂ ਕੰਮ ਕੀਤਾ ਵਲੰਟੀਅਰ ਸਰਵਿਸ। ਤੇ ਮੈਂ ਇਸ ਕਰਕੇ ਕੀਤਾ ਕਿਉਂਕਿ ਮੈਂ ਦੇਖਿਆ ਬੱਚਿਆਂ 'ਤੇ ਬਹੁਤ ਹੀ ਸੋਹਣਾ ਅਸਰ ਹੁੰਦਾ। ਜੋ ਵਾਪਸ ਆਉਂਦੇ ਨੇ ਥੋੜ੍ਹੇ ਦਿਨਾਂ ਵਾਸਤੇ ਟੈਪ ਥੋੜਾ ਖੋਲਣਗੇ, ਬਿਲਕੁਲ ਸਹੀ ਗੱਲ, 2 ਹਫ਼ਤਿਆਂ ਵਿੱਚ ਬਹੁਤ ਸੋਹਣਾ ਬੋਲਣਗੇ ਹੌਲੀ ਹੌਲੀ। ਤਾਂ ਫਿਰ ਜਦੋਂ ਹੌਲੀ ਹੌਲੀ ਟਾਈਮ ਲੱਗਦਾ ਰਹਿਣਾ ਤੇ ਫਿਰ ਉਹਨੇ ਵੈਸਟਰਨ ਵੈਲਿਊਜ਼ ਲੈ ਲੈਣੇ, ਪਰ ਥੋੜ੍ਹੇ ਚਿਰ ਲਈ ਉਹਨਾਂ ਦਾ ਅਸਰ ਜ਼ਰੂਰ ਹੁੰਦਾ ਆ। ਬਿਲਕੁਲ ਜੀ, ਕਿਉਂਕਿ ਸਾਡੇ ਬੱਚਿਆਂ ਦੀ ਇੱਥੇ ਕੀ ਸਮੱਸਿਆ ਹੈਗੀ ਹੈ ਜੀ, ਕਦੇ ਤੰਗੀ ਤੁਰਸ਼ੀ ਦੇਖੀ ਨਹੀਂ ਜੀ। ਥੋੜਾ ਖਾਦਾ ਬਹੁਤਾ ਸੱਟਤਾ, ਬਿਲਕੁਲ ਹੈ ਨਾ, ਕੋਈ ਕੁਛ ਨਹੀਂ ਕਹਿੰਦਾ, ਵਾਧੂ ਫੂਡ ਆ, ਵਾਧੂ ਪਾਣੀ ਆ, ਵੇਸਟ ਹੋ ਰਿਹਾ, ਕੋਈ ਚੱਕਰ ਨਹੀਂ। ਪਰ ਜਦੋਂ ਜਾ ਕੇ ਦੇਖਦੇ ਆ, ਮੇਰੇ ਇੱਕ ਦੋਸਤ ਜੀ ਉਹ ਅਫਰੀਕਾ ਦੇ ਵਿੱਚ ਗਏ ਸੀਗੇ ਸ਼ਾਇਦ, ਤਾਂ ਟ੍ਰਿਪ ਤੇ, ਤਾਂ ਉੱਥੋਂ ਆ ਕੇ ਉਹਨਾਂ ਨੇ ਘਰੇ ਆਪਣੇ ਲੌਨ ਨੂੰ ਪਾਣੀ ਲਾਉਣਾ ਬੰਦ ਕਰਤਾ। ਤਾਂ ਮੈਂ ਕਿਹਾ ਤੁਹਾਨੂੰ ਕੀ ਹੋਇਆ, ਇੰਨਾ ਸੋਹਣਾ ਘਾਹ ਲੱਗਿਆ ਸੀ ਤੁਹਾਡੇ? ਉਹ ਕਹਿੰਦੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਪਾਣੀ ਦੀ ਕਿੰਨੀ ਵੈਲਿਊ ਆ, ਬੰਦਿਆਂ ਨੂੰ ਨਹੀਂ ਮਿਲ ਰਿਹਾ, ਅਸੀਂ ਇੱਥੇ ਘਾਹ ਨੂੰ ਲਾ ਕੇ ਵੇਸਟ ਕਰ ਰਹੇ ਹਾਂ। ਬਿਲਕੁਲ ਜੀ, ਕਹਿੰਦੇ ਵੀ ਮਿਨੀਮਮ ਲਾਉਣੇ ਆ ਹੁਣ ਅਸੀਂ। ਪਰ ਵੀਰ ਜੀ ਇਹ ਉਹੀ ਸ਼ਖਸ ਆਦਾ ਜਿਹਨੇ ਉਹ ਤੰਗੀ ਜਾ ਕੇ ਦੇਖੀ ਹੋਵੇ, ਇਹ ਟੀਵੀ ਤੇ ਦੇਖ ਕੇ ਨਹੀਂ ਗੱਲ ਬਣਦੀ। ਬਿਲਕੁਲ ਜੀ, ਤਾਂ ਆਪ ਜਾ ਕੇ ਤੁਸੀਂ ਮਹਿਸੂਸ ਕਰ ਸਕਦੇ ਆ। ਜਿਹੜੇ ਬੱਚੇ ਮੇਰੇ ਨਾਲ ਪਿਛਲੀ ਵਾਰੀ 12 ਸਾਲ ਜਾਂਦੇ ਰਹੇ ਆ ਤੇ ਸਾਰੇ ਵਾਪਸ ਆਉਂਦੇ ਰਹੇ ਤੇ ਸਾਰਿਆਂ ਨੇ ਟ੍ਰਿਪ ਯਾਦ ਰੱਖੀ। ਕਿੱਥੇ ਕਿੱਥੇ ਟ੍ਰਿਪ ਲਾਏ ਅਸੀਂ ਜੀ? ਮੈਂ ਬੈਂਗਲੋਰ, ਪੌਂਡੀਚੇਰੀ, ਨੇਪਾਲ 4 ਵਾਰੀ ਗਏ ਉੱਥੇ। ਅੱਛਾ ਜੀ। ਥਾਈਲੈਂਡ, ਕੋਸਟਾ ਰੀਕਾ, ਵੈਰੀ ਗੁੱਡ, ਤੇ ਫੀਜੀ। ਤੋ ਮੈਂ ਕੋਸ਼ਿਸ਼ ਹੁੰਦੀ ਵੀ ਉਹਨਾਂ ਥਾਂ 'ਤੇ ਜਾਇਆ ਜਾਵੇ ਜਿੱਥੇ ਜ਼ਰੂਰਤ ਆ, ਜਿੱਥੇ ਗਰੀਬੀ ਆ, ਜਿੱਥੇ ਕੋਈ ਸਮੱਸਿਆ ਹੈਗੀ ਆ, ਜਿਹੜੇ ਸਾਡੇ ਬੱਚੇ ਜਾ ਕੇ ਦੇਖਣਗੇ ਤੇ ਸਿੱਖਣਗੇ, ਸਿਖਾਲਣਗੇ ਨਹੀਂ, ਸਿੱਖਣਗੇ। ਕਿਆ ਬਾਤ ਹੈ ਜੀ। ਰਾਜਸਥਾਨ ਦਾ ਟ੍ਰਿਪ ਜੀ ਮੈਨੂੰ ਲੱਗਦਾ ਬੱਚੇ ਬਹੁਤ ਪਸੰਦ ਵੀ ਕਰਨਗੇ, ਕਿਉਂਕਿ ਬਹੁਤ ਵੱਡੀ ਹਿਸਟਰੀ ਉੱਥੇ ਪਈ ਹੈਗੀ ਆ, ਦੇਖਣਯੋਗ ਥਾਵਾਂ ਹੈਗੀਆਂ, ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਮੇਨ ਮਕਸਦ ਆ ਕਿ ਪਾਣੀ ਦੀ ਸ਼ੋਰਟੇਜ ਜਿਹੜੀ ਜਾਂ ਗਰੀਬੀ, ਜਿੰਨਾ ਚਿਰ ਅਸੀਂ ਉਹਨੂੰ ਹੰਡਾਉਂਦੇ ਨਹੀਂ ਉਹਨਾਂ ਚਿਰ ਸਾਨੂੰ ਪਤਾ ਨਹੀਂ ਲੱਗਦਾ। ਬਿਲਕੁਲ ਜੀ। ਤੇ ਤੁਸੀਂ ਇਹ ਬੜਾ ਵੱਡਾ ਉਪਰਾਲਾ ਕਰ ਰਹੇ ਹੋ, ਕਿਉਂਕਿ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਆਊਟ ਆਫ ਕੰਟਰੀ ਲੈ ਕੇ ਜਾਣਾ ਕਾਫੀ ਵੱਡਾ ਜੋਖਮ ਦਾ ਕੰਮ ਹੁੰਦਾ। ਵੀਰ ਜੀ ਰਿਸਪੌਂਸਿਬਿਲਿਟੀ ਬਹੁਤ ਹੈ, ਬਹੁਤ ਵੱਡੀ ਹੈ। ਮੈਨੂੰ ਕਈ ਮੇਰੇ ਨਜ਼ਦੀਕੀ ਦੋਸਤ ਹੱਸਦੇ ਹੁੰਦੇ ਕਈ ਵਾਰੀ ਵੀ ਮਿਸਟਰ ਬਿਨਾ ਤੁਸੀਂ ਐਸ਼ ਕਰਦੇ ਹੋ, ਪਰ ਇਹ ਜੀ ਐਸ਼ ਨਹੀਂ, ਵੈਕੇਸ਼ਨ ਨਹੀਂ ਹੈਗੀ ਜੀ। ਅਸੀਂ ਸਾਡੇ ਤਕਰੀਬਨ 9-10 ਦਿਨ ਲੱਗ ਜਾਂਦੇ ਨੇ ਤੇ ਉਹਨਾਂ 9-10 ਦਿਨਾਂ 'ਚ ਮੈਂ ਸੌਂਦਾ ਨਹੀਂ। ਬਿਲਕੁਲ, ਬੱਚਿਆਂ ਨਾਲ ਜ਼ਿੰਮੇਵਾਰੀ ਹੁੰਦੀ ਜੀ। ਬਿਲਕੁਲ ਜੀ, ਜ਼ਿੰਮੇਵਾਰੀ ਹੁੰਦੀ ਜੀ, ਤੇ ਜਦੋਂ ਪਲੇਨ ਵਾਪਸ ਆਉਣਾ ਉਦੋਂ ਨੀਂਦ ਆਉਂਦੀ ਆ। ਬਿਲਕੁਲ ਸਹੀ। ਅਸੀਂ ਇਹਦੇ ਨਾਲ ਨਾਲ ਜਿਵੇਂ ਤੁਸੀਂ ਦੱਸਿਆ ਹੁਣ ਗ੍ਰੇਡ 10 ਤੱਕ ਸਕੂਲ ਹੋ ਗਿਆ ਜੀ, ਹਾਂਜੀ, ਉਹਦੇ ਵਾਸਤੇ ਤੁਹਾਨੂੰ ਫਿਰ ਸਾਇੰਸ ਲੈਬ, ਕੰਪਿਊਟਰ ਲੈਬ? ਸਾਡਾ ਜੀ ਸਾਇੰਸ ਲੈਬ ਆਲਰੇਡੀ ਤਿਆਰ ਹੈ। ਅੱਛਾ। ਤੇ ਅਗਲੇ ਸਾਲ ਅਸੀਂ ਕੋਸ਼ਿਸ਼ ਕਰਨੀ ਥੋੜਾ ਬੜਾ ਬਣ ਜਾਵੇ, ਪਰ ਸਾਡਾ ਸਾਇੰਸ ਲੈਬ ਆਲਰੇਡੀ ਚੱਲਦਾ ਹੈ। ਠੀਕ ਹੈ, ਨੋ ਪ੍ਰੋਬਲਮ। ਸਾਡੇ ਕੰਪਿਊਟਰਸ ਵਿੱਚ ਅਸੀਂ ਕੰਪਿਊਟਰਸ ਹੋਰ ਲੈ ਰਹੇ ਹਾਂ, ਪਰ ਸਾਡੇ ਆਲਰੇਡੀ ਕੰਪਿਊਟਰਸ ਹੈਗੇ ਕਲਾਸ ਵਾਸਤੇ, ਇਹਦੀ ਕੋਈ ਸ਼ੋਰਟੇਜ ਨਹੀਂ ਹੈਗੀ। ਠੀਕ ਹੈ। ਤੇ ਅਸੀਂ ਜਿਸ ਤਰ੍ਹਾਂ ਸਾਡੀ ਇਨਰੋਲਮੈਂਟ ਵੱਧਦੀ ਹੈ ਅਸੀਂ ਹੋਰ ਲੈ ਲਾਂਗੇ, ਕਿਉਂਕਿ ਜਿਹੜਾ ਪੜ੍ਹਾਈ ਦਾ ਹੁਣ ਸਿਸਟਮ ਹੈਗਾ ਜੀ, ਹਾਂਜੀ, ਉਹ ਅੱਗੇ ਹੁੰਦਾ ਸੀਗਾ ਕਿ ਕਿਤਾਬਾਂ ਪੜ੍ਹੋ, ਹਾਂਜੀ, ਉਹਨਾਂ ਨੂੰ ਘੋਟਾ ਲਾਓ, ਉਹਨੂੰ ਵਰਡ ਟੂ ਵਰਡ ਲਿਖੋ, ਹਾਂਜੀ। ਹੁਣ ਚੇਂਜ ਹੋ ਰਿਹਾ, ਹੁਣ ਰਿਸਰਚ ਬੇਸਡ ਕੰਮ ਹੋ ਰਿਹਾ ਹਰ ਫੀਲਡ ਦੇ ਵਿੱਚ। ਤੁਹਾਡੇ ਸਕੂਲ 'ਚ ਵੀ ਇਦਾਂ ਦੇ ਪ੍ਰੋਗਰਾਮ ਹੈਗੇ? ਬਿਲਕੁਲ ਵੀਰ ਜੀ, ਅਸੀਂ ਟੀਚਰਸ ਨੂੰ ਆਪਣੇ ਇਹੀ ਕਹਿੰਦਾ ਵੀ ਸਿਰਫ ਲੈਕਚਰ ਦੇਣਾ ਕਾਫੀ ਨਹੀਂ, ਵਿੱਚ ਮੀਨਿੰਗ ਕੀ ਹੈ। ਸਾਇੰਸ ਫॉर एग्जांपल ਜੀ, ਸਾਇੰਸ ਫੈਕਟਸ ਵੀ ਤੁਸੀਂ ਲੈ ਸਕਦੇ ਹੋ, ਬੁੱਕਾਂ ਪੜ੍ਹ ਸਕਦੇ ਹੋ, ਪਰ ਫੈਕਟਸ ਦੇ ਪਿੱਛੇ ਕੀ ਹਿਸਟਰੀ ਆ। तो ग्रेविटी फॉर एग्जांपल, ਜਾਂ ਤੁਸੀਂ ਐਸਟ੍ਰੋਨੋਮੀ ਕਰ ਰਹੇ ਹੋ, ਕੀ ਚੀਜ਼ ਹੈ ਉਹ ਤਾਂ ਬੁੱਕਾਂ ਪੜ੍ਹ ਸਕਦੇ ਹੋ, ਪਰ ਜਿਹੜਾ ਕਿਉਂ, ਇਹ ਜਿਹੜਾ ਵਾਈ ਸਵਾਲ ਹੈ ਨਾ, ਇਹ ਤੁਸੀਂ ਸਿਰਫ ਰਿਸਰਚ ਨਾਲ ਤੇ ਸੋਚ ਵਿਚਾਰ ਨਾਲ ਹੀ ਆਨਸਰ ਕਰ ਸਕਦੇ ਹੋ। ਸੋ ਐਜੂਕੇਸ਼ਨ ਸਿਰਫ ਫੈਕਟਸ ਐਂਡ ਫਿਗਰਸ ਨਹੀਂ ਹੈ, ਤੁਸੀਂ ਵਿੱਚੋਂ ਹਿਸਟਰੀ ਕੀ ਹੈ ਤੇ ਅੱਗੇ ਉਹ ਹਿਸਟਰੀ ਜਾਣ ਕੇ ਅੱਗੇ ਕਿਸ ਤਰ੍ਹਾਂ ਚੱਲਣਾ ਆ, ਇਹ ਜ਼ਰੂਰੀ ਗੱਲਬਾਤ ਹੈ ਜੀ। ਪੜ੍ਹਾਈ ਦੇ ਨਾਲ ਨਾਲ ਜੀ ਸਕੂਲ ਦੇ ਵਿੱਚ ਖੇਡਾਂ ਦੀ ਗੱਲ ਆਪਾਂ ਕਰ ਲਈ ਹੈਗੀ ਆ, ਹਾਂਜੀ, ਇਹ ਤੋਂ ਬਿਨਾਂ ਕੁਝ ਫਨ ਐਕਟੀਵਿਟੀ ਵੀ ਹੁੰਦੀਆਂ ਜੀ? ਬਿਲਕੁਲ, ਸਾਡੇ ਹਰ ਸਕੂਲ ਵਿੱਚ ਫਨ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਜੀ। ਸਾਡੇ ਆਰਟਸ ਬਹੁਤ ਸੋਹਣਾ ਪ੍ਰੋਗਰਾਮ ਬਣਿਆ, ਡਰਾਮਾ ਦਾ ਬਹੁਤ ਸੋਹਣਾ ਪ੍ਰੋਗਰਾਮ ਹੈ ਜੀ। ਅੱਛਾ। ਤੇ ਹਰ ਲੰਚ ਟਾਈਮ ਤੇ ਆਫਟਰ ਸਕੂਲ ਹੱਸਦੇ ਬੱਚੇ ਹੁੰਦੇ ਆਲ ਦ ਟਾਈਮ।
ਇਹ ਬਹੁਤ ਵੱਡੀ ਗੱਲ ਹੈ ਜੀ। ਜਿਹੜਾ ਖੁਸ਼ਹਾਲ ਬੱਚਾ ਆ, ਬਿਲਕੁਲ ਉਹ ਬੱਚਾ ਸਕਸੈਸਫੁਲ ਬਣੇਗਾ। ਬਿਲਕੁਲ ਸਹੀ ਜੀ। ਤੇ ਜੇ ਸਕੂਲ ਹੈਪੀ ਪਲੇਸ ਨਹੀਂ ਹੈਗਾ ਤੇ ਉਹ ਸਕੂਲ ਹੋਣਾ ਨਹੀਂ ਚਾਹੀਦਾ। ਬਿਲਕੁਲ ਕਿਉਂਕਿ ਜਿਹੜਾ ਬੱਚਾ ਸਕੂਲ ਜਾ ਕੇ ਜੇ ਬੱਚਾ ਖੁਸ਼ ਹੀ ਹੈ ਨਹੀਂ, ਹਾਂਜੀ, ਉਹ ਗੱਲ ਨਹੀਂ ਬਣਦੀ ਫਿਰ ਉਹ ਪੜ੍ਹਾਈ ਵੀ ਕੀ ਕਰੂਗਾ। ਬਿਲਕੁਲ ਜੀ। ਵੀਰ ਜੀ, ਹੁਣ ਆਪਣੇ ਘਰਾਂ 'ਚ ਦੇਖੋ ਕਿੰਨੀਆਂ ਸਮੱਸਿਆ ਨੇ। ਕਈ ਬੱਚੇ ਝਗੜ ਕੇ ਆਉਂਦੇ ਨੇ, ਬਿਲਕੁਲ, ਕਈ ਬੱਚੇ ਦੇ ਘਰਾਂ 'ਚ ਝਗੜੇ ਹੁੰਦੇ ਨੇ ਤੇ ਉਹਨਾਂ ਬੱਚਿਆਂ ਲਈ ਸਕੂਲ ਇੱਕ escape ਹੁੰਦਾ ਆ। ਬਿਲਕੁਲ, ਉਹ ਸਕੂਲ ਜਾ ਕੇ ਖੁਸ਼ ਹੁੰਦੇ ਨੇ। ਬਿਲਕੁਲ। ਸੋ ਸਕੂਲ ਇੱਕ ਐਸੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਬੱਚਾ ਫ੍ਰੀ ਹੋ ਸਕੇ, ਆਜ਼ਾਦ ਹੋ ਸਕੇ ਪ੍ਰੋਬਲਮਸ ਤੋਂ ਬਿਨਾਂ, ਉੱਥੇ ਖੁਸ਼ ਹੋ ਕੇ ਖੁਸ਼ ਸਿੱਖ ਸਕੇ। ਤੇ ਮੇਰਾ ਮਕਸਦ ਹੈ ਮੇਰਾ ਸਕੂਲ ਐਸਾ ਹੀ ਬਣੇਗਾ। ਤੁਹਾਡੇ ਸਕੂਲ 'ਚ ਜੇ ਇੱਕ ਬੱਚਾ ਉਹਦੇ ਕੋਲ ਕੋਈ ਸਮੱਸਿਆ, ਉਹ ਤੁਹਾਡਾ ਆ ਕੇ ਡੋਰ ਨੌਕ ਕਰ ਦੇਵੇ, ਹਾਂਜੀ, ਬਈ ਮਿਸਟਰ ਬੋਲੀਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਹਾਂਜੀ, ਫਿਰ ਤੁਸੀਂ ਹੈਪੀਲੀ ਕਹਿੰਦੇ ਹੋ ਆ ਜਾ ਬੇਟਾ। ਵੀਰ ਜੀ, ਮੇਰੇ ਡੋਰ ਨੌਕ ਕਰਨ ਦੀ ਲੋੜ ਹੀ ਨਹੀਂ, ਮੇਰੀ ਡੋਰ ਹਮੇਸ਼ਾ ਖੁੱਲ੍ਹੀ ਹੈ। ਕਿਆ ਬਾਤ ਹੈ। ਹਾਂਜੀ, ਅਸੀਂ ਕਿਸੇ ਬੱਚੇ ਨੂੰ ਕਦੀ ਵੀ ਇਨਕਾਰ ਨਹੀਂ ਕਰੀਦਾ। ਤੇ ਕੋਈ ਸਮੱਸਿਆ ਘਰ ਦੀ ਹੋਵੇ, ਬਾਹਰਲੀ ਹੋਵੇ, ਸਕੂਲ ਦੀ ਹੋਵੇ, ਜੀ ਆਏ ਕਰੀਦਾ, ਕਿਉਂਕਿ ਵੀਰ ਜੀ ਬੱਚਿਆਂ ਨੂੰ ਸਕਸੈਸਫੁਲ ਬਣਾਉਣਾ ਜੀ, ਇਹੀ ਮੇਰਾ ਮਕਸਦ ਆ। ਮੇਰੇ ਨਾਲ ਗੋਬਿੰਦ ਸਰਵ ਸਕੂਲ ਦੇ ਪ੍ਰਿੰਸੀਪਲ ਸਰ ਸੁਖਵੀਰ ਸਿੰਘ ਬੋਲੀਨਾ ਸਾਡੇ ਸਟੂਡੀਓ ਦੇ ਵਿੱਚ ਨੇ। ਬਹੁਤ ਪਿਆਰੀਆਂ ਗੱਲਾਂ ਸਾਨੂੰ ਦੱਸੀਆਂ। ਉਹ ਕਹਿੰਦੇ ਮੇਰਾ ਡੋਰ ਕਿਸੇ ਨੂੰ ਨੌਕ ਨਹੀਂ ਕਰਨਾ ਪੈਂਦਾ, ਖੁੱਲ੍ਹੇ ਹੁੰਦਾ ਆਲਵੇਜ਼, ਜਿਹੜੀ ਕਿ ਬੜੀ ਪਿਆਰੀ ਲੱਗੀ ਜੀ ਮੈਨੂੰ ਗੱਲ ਤੁਹਾਡੀ। ਜੀ ਵੀਰ ਜੀ, ਸਕੂਲ ਦਾ ਮਿਸ਼ਨ ਕੀ ਹੈ? ਸਾਡਾ ਮਿਸ਼ਨ ਜੀ ਇਹੀ ਹੈ ਵੀ ਸਾਡੇ ਬੱਚੇ ਪੜ੍ਹੇ ਹੋ ਕੇ ਆਪਣੀ ਪਸੰਦ ਦੀ ਯੂਨੀਵਰਸਿਟੀ, ਆਪਣਾ ਪਸੰਦ ਦਾ ਕੋਰਸ ਕਰ ਸਕਣ, ਪੜ੍ਹੇ ਹੋ ਕੇ ਦੁਨੀਆ ਬਦਲਣ। ਕਿਆ ਬਾਤ ਹੈ। ਕਿਉਂਕਿ ਅਸੀਂ ਮੈਂ ਖੁਦ ਜੇ ਮੈਂ ਕਿਸੇ ਸਕੂਲ ਨੂੰ ਉਹ ਦੇਖਣਾ ਹੋਵੇ ਕਿਹੜੇ ਲੈਵਲ 'ਤੇ ਆ, ਹਾਂਜੀ, ਮੈਂ ਦੇਖਦਾ ਇਹਦੇ ਕਿੰਨੇ ਬੱਚੇ ਯੂਨੀਵਰਸਿਟੀ ਗਏ ਆ। ਅੱਛਾ ਜੀ। ਹੈ ਨਾ, ਤਾਂ ਹੀ ਪਤਾ ਲੱਗੂ ਨਾ ਬੱਚੇ, ਜੇ ਸਕੂਲ ਦੀ ਐਜੂਕੇਸ਼ਨ ਦਾ ਕੋਈ ਲੈਵਲ ਹੋਏਗਾ ਤਾਂ ਬੱਚੇ ਯੂਨੀਵਰਸਿਟੀ ਜਾਣਗੇ, ਉਹਦੇ ਲਈ ਪ੍ਰਿਪੇਅਰ ਹੋਣਗੇ। ਹਾਂਜੀ, ਕਿਉਂਕਿ ਇਹ ਸਾਰੇ ਸਕੂਲ ਫੀਡਰ ਨੇ ਯੂਨੀਵਰਸਿਟੀ ਦੇ। ਬਿਲਕੁਲ ਜੀ। ਜੇ ਇੱਥੇ ਚੰਗੀ ਪੜ੍ਹਾਈ ਹੋਊਗੀ ਤਾਂ ਜਾ ਕੇ ਯੂਨੀਵਰਸਿਟੀ ਐਡਮਿਸ਼ਨ ਮਿਲੇਗੀ ਜੀ। ਬਿਲਕੁਲ। ਹੁਣ ਸਕੂਲ ਦੇ ਵਿੱਚ ਬੱਚੇ ਜੀ ਲੰਚ ਲੈ ਕੇ ਆਉਂਦੇ ਆ ਘਰਾਂ ਤੋਂ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕੋਲੇ ਨੇੜੇ ਤੇੜੇ ਕੋਈ ਦੁਕਾਨ ਵੀ ਹੈ ਨਹੀਂ, ਤੇ ਕੈਫੇਟੇਰੀਆ ਵਗੈਰਾ ਕੋਈ ਹੈਗਾ ਸਕੂਲ ਦੇ ਵਿੱਚ? ਸਾਡਾ ਲੰਗਰ ਹਾਲ ਹੈਗਾ ਆ, ਉੱਥੇ ਬੱਚੇ ਕਈ ਵਾਰੀ ਛਕ ਲੈਂਦੇ ਨੇ। ਠੀਕ ਹੈ ਜੀ। ਤੇ ਅਸੀਂ ਸਾਡਾ ਪੈਕ ਵੋਲੰਟਰੀ ਪੀਪਲ, ਉਹ ਵੀ ਹੌਟ ਲੰਚ ਕਰਦੇ ਨੇ ਸਮਟਾਈਮਸ। ਅੱਛਾ। ਤੇ ਆਮ ਬੱਚੇ ਘਰੋਂ ਲੈ ਕੇ ਆਉਂਦੇ ਨੇ। ਠੀਕ ਹੈ ਜੀ। ਫਿਰ ਉਹ 'ਤੇ ਕੋਈ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਸਕੂਲ ਦੇ ਗੁਰਦੁਆਰਾ ਹੈਗਾ ਫਿਰ ਵੈਜੀਟੇਰੀਅਨ? ਸਾਡਾ ਜੀ ਸਾਰੇ ਸਟਾਫ ਤੇ ਸਾਰੇ ਬੱਚੇ ਵੈਜੀਟੇਰੀਅਨ ਫੂਡ ਖਾਂਦੇ ਨੇ, ਸਾਡਾ ਮੀਟ ਤਾਂ ਅਲਾਉਡ ਨਹੀਂ ਹੈਗਾ। ਅੱਛਾ। ਤੇ ਸਿਰ ਵੀ ਢੱਕ ਕੇ ਰੱਖਦੇ ਹੋਣਗੇ? ਸਿਰ ਢੱਕ ਕੇ ਰੱਖਦੇ, ਹਾਂਜੀ, ਕਿਉਂਕਿ ਗੁਰਦੁਆਰਾ ਸਾਹਿਬ ਢੱਕ ਕੇ ਰੱਖਣਾ ਹੀ ਸਾਡਾ ਰਿਸਪੈਕਟ ਹੈ, ਡਿਸਪਲਿਨ ਹੈ। ਗੁਰਦੁਆਰਾ ਸਾਹਿਬ ਵਿੱਚ ਹੈਗੇ ਤੇ ਸਕੂਲ ਵਿੱਚ ਅਸੀਂ ਇਹ ਰੱਖਿਆ ਵੀ ਐਜੂਕੇਸ਼ਨ ਵੀ ਇੱਕ ਗੁਰਦੁਆਰਾ ਮੰਦਰ ਹੋ ਜਾਂਦਾ। ਬਿਲਕੁਲ, ਮੰਦਰ ਹੈ, ਸਕੂਲ ਹੀ ਮੰਦਰ ਹੈ। ਬਿਲਕੁਲ ਜੀ, ਬਿਲਕੁਲ। ਤੇ ਉਸ ਕਰਕੇ ਵੀ ਅਸੀਂ ਸਕੂਲ ਵਿੱਚ ਵੀ ਸਿਰ ਢੱਕ ਕੇ ਰੱਖਦੇ ਹਾਂ ਸਰ। ਬਿਲਕੁਲ ਜੀ। ਜਦੋਂ ਅਸੀਂ ਦੇਖਦੇ ਹਾਂ ਜੀ ਆਲੇ ਦੁਆਲੇ ਸਾਡੇ ਸਮਾਜ ਦੇ ਵਿੱਚ ਅੱਜ ਨਸ਼ੇ, ਗੈਂਗਵਾਰ, ਹਰ ਰੋਜ਼ ਕੋਈ ਮਾੜੀ ਖਬਰ, ਜਦੋਂ ਸਵੇਰ ਨੂੰ ਬੰਦਾ ਉੱਠ ਕੇ ਟੀਵੀ ਰੇਡੀਓ ਸੁਣਦਾ, ਉਹਨੂੰ ਇਹੀ ਡਰ ਲੱਗਾ ਰਹਿੰਦਾ, ਹਾਂਜੀ, ਕਿ ਕਿਸੇ ਦੀ ਓਵਰਡੋਜ਼ ਹੋਣ ਦੀ ਜਾਂ ਕਿਸੇ ਦੀ ਗੋਲੀ ਨਾਲ ਮਰਨ ਦੀ ਖਬਰ ਨਾ ਆ ਜਾਵੇ, ਜਿਹੜੀ ਕਿ ਸਾਡੀ ਨਿੱਤ ਆਉਂਦੀ ਹੈ। ਬਿਲਕੁਲ ਜੀ। ਹੁਣ ਤੁਸੀਂ 10ਵੀਂ ਤੱਕ ਸਕੂਲ ਚਲਾ ਰਹੇ ਹੋ, ਹਾਂਜੀ, ਚਲੋ 6ਵੀਂ 7ਵੀਂ ਤੱਕ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਤੋਂ ਬਚਾਅ ਹੁੰਦਾ, ਹਾਂਜੀ, ਪਰ ਜਦੋਂ ਉਦੋਂ ਉੱਪਰਲੇ ਗ੍ਰੇਡਾਂ ਜਾਂਦੇ ਇਹ ਵੀ ਇੱਕ ਸਮੱਸਿਆ ਹੁੰਦੀ ਹੈ। ਵੀਰ ਜੀ, ਇਹ ਸਰ ਸਕੂਲਸ ਵਿੱਚ ਹੀ ਨਹੀਂ, ਇਹ ਆਪਣੇ ਸਮਾਜ ਵਿੱਚ, ਸਮਾਜ ਦੀ ਪ੍ਰੋਬਲਮ ਬਹੁਤ ਬੜੀ ਸਮੱਸਿਆ ਹੈ। ਬਿਲਕੁਲ। ਤੇ ਅਸੀਂ ਇੱਕ ਧਾਰਮਿਕ, ਇੱਕ ਕਲਚਰਲ ਸਕੂਲ ਹੋਣ ਕਾਰਨ ਸਾਡਾ ਇੱਕ ਬਹੁਤ ਵੱਡਾ ਫਰਜ਼ ਬਣਦਾ ਅਸੀਂ ਆਪਣੀ ਸਭ ਬੱਚਿਆਂ ਨੂੰ ਨਹੀਂ, ਆਪਣੀ ਕਮਿਊਨਿਟੀ ਨੂੰ ਇਸ ਗੱਲ ਬਾਰੇ ਐਜੂਕੇਟ ਕਰੀਏ। ਇੱਕ ਤਾਂ ਸਾਡੇ ਬੱਚੇ ਧਾਰਮਿਕ ਨੇ ਜੀ, ਆਪਣੇ ਆਪਣੇ ਲਿਮਿਟ ਤੱਕ, ਕੋਈ ਜ਼ਿਆਦਾ ਕੋਈ ਥੋੜ੍ਹਾ, ਪਰ ਧਾਰਮਿਕ ਹੋਣ ਦੇ ਨਾਤੇ ਵੀ ਥੋੜ੍ਹਾ ਜਿਹਾ ਬੱਚੇ ਨੂੰ ਡਰ ਹੁੰਦਾ, ਰੱਬ ਤੋਂ ਡਰ ਹੁੰਦਾ, ਪਰਮਾਤਮਾ ਤੋਂ, ਪੇਰੈਂਟਸ ਤੋਂ, ਵੀ ਮੈਂ ਇਹ ਕੰਮ ਤੇ ਨਾ ਕਰਾਂ। ਸੋ ਸਾਨੂੰ ਆਸ ਵੀ ਸਾਡੇ ਬੱਚੇ ਥੋੜ੍ਹਾ ਜਿਹਾ ਇਸ ਗੱਲ ਤੋਂ ਪਰਹੇਜ਼ ਕਰਨਗੇ। ਸੋ ਫਾਰ ਸਾਨੂੰ ਕੋਈ ਐਸੀ ਪ੍ਰੋਬਲਮ ਨਹੀਂ ਆਈ। ਹਾਂਜੀ। ਤੇ ਅਸੀਂ ਵੈਜੀਟੇਰੀਅਨ ਇਸ ਕਰਕੇ ਵੀ ਬੱਚੇ ਥੋੜ੍ਹੀ ਪਰਹੇਜ਼ ਰੱਖਦੇ ਨੇ ਡਰੱਗਸ ਤੋਂ। ਤੇ ਅਸੀਂ ਰੋਜ਼ ਤਾਂ ਨਹੀਂ, ਪਰ ਹਫ਼ਤੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਰੱਖਦੇ ਹਾਂ ਜਿਹੜਾ ਡਰੱਗਸ ਬਾਰੇ ਬੱਚੇ ਨੂੰ ਦੱਸਿਆ ਜਾਵੇ ਵੀ ਡਰੱਗਸ ਕਿਉਂ ਨਹੀਂ ਕਰੀਦੇ ਹੁੰਦੇ। ਸੋ ਮੈਨੂੰ ਆਸ ਹੈ ਵੀਡੀਓ ਵੀ ਸਾਡੀ ਜਿਹੜੀ ਸਫਲਤਾ ਹੈਗੀ ਆ, ਸਾਡੀ ਇਹ ਧਾਰਮਿਕ ਹੋਣ ਦੇ ਕਾਰਨ ਤੇ ਬੱਚੇ ਨੂੰ ਐਜੂਕੇਸ਼ਨ ਦੇਣ ਦੇ ਕਾਰਨ ਵੀ ਇਹ ਆਪਣੀ ਕਮਿਊਨਿਟੀ ਵਿੱਚ ਘੱਟ ਜਾਵੇਗਾ। ਪੇਰੈਂਟਿੰਗ ਦੀ ਕਿੰਨੀ ਕੁ ਪ੍ਰੋਬਲਮ ਲੱਗਦੀ ਹੈ ਜੀ ਤੁਹਾਨੂੰ? ਸਾਡੇ ਆਮ ਤੌਰ 'ਤੇ ਅਸੀਂ ਇੱਥੇ ਇੰਟਰਵਿਊ ਜਦੋਂ ਕਰਦੇ ਹਾਂ, ਹਾਂਜੀ, ਸਾਈਕੋਲੋਜਿਸਟ ਜਾਂ ਹੋਰ ਲੋਕਾਂ ਨਾਲ, ਉਹ ਪੇਰੈਂਟਿੰਗ ਦੀ ਬਹੁਤ ਵੱਡੀ ਸਮੱਸਿਆ ਦੱਸਦੇ ਸਾਡੀ ਕਮਿਊਨਿਟੀ ਦੇ ਵਿੱਚ। ਹੁਣ ਤੁਸੀਂ ਦੂਜੀਆਂ ਕਮਿਊਨਿਟੀਆਂ 'ਚ ਵੀ ਪੜ੍ਹਾ ਕੇ ਆਏ ਹੋ, ਹਾਂਜੀ, ਹੁਣ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ, ਤੁਹਾਨੂੰ ਲੱਗਦਾ ਵੀ ਕੋਈ ਇਸ਼ੂ ਹੈਗਾ? ਫਰਕ ਹੈ ਜੀ, ਜਿਹੜੇ ਆਪਣੇ ਪੇਰੈਂਟਸ ਹੈ ਉਹ ਆਪਣੀ ਕਮਿਊਨਿਟੀ ਦਾ ਹਿੱਸਾ ਹੈ, ਉਹਨਾਂ ਦੀ ਸੋਚ ਵਿਚਾਰ ਵੱਖਰੀ ਹੈ ਜੀ।
ਤੇ ਆਪਣੇ ਪੇਰੈਂਟਸ ਥੋੜੇ ਬਜ਼ੁਰਗ ਨੇ, ਉਹ ਇੰਡੀਆ ਤੋਂ ਆਏ ਨੇ ਆਮ, ਤੇ ਉਹਨਾਂ ਦੀ ਸੋਚ ਵਿਚਾਰ ਬਿਲਕੁਲ ਵੱਖਰੀ ਆ। ਇਹ ਥੋੜੀ ਜਿਹੀ ਪ੍ਰੋਬਲਮ ਵੀ ਜੀ ਹੈਗਾ ਆ। ਤੇ ਮੈਂ ਪੇਰੈਂਟਸ ਨਾਲ ਵੀ ਕਈ ਵਾਰ ਗੱਲਬਾਤ ਕਰੀਦਾ ਆ ਵੀ ਕਿਸ ਤਰ੍ਹਾਂ ਬੱਚੇ ਨੂੰ ਦੱਸਣਾ ਜਾਂ ਨਹੀਂ ਦੱਸਣਾ। ਹੁਣ ਇੰਡੀਆ ਤੋਂ ਆਪਾਂ ਆਏ ਆ, ਉੱਥੇ ਸੋਚ ਵਿਚਾਰ ਅਲੱਗ ਆ ਜੀ, ਉੱਥੇ ਐਜੂਕੇਸ਼ਨ ਅਲੱਗ ਆ, ਇੱਥੇ ਬਾਹਰਲਾ ਮੁਲਕ ਆ, ਤੇ ਹੁਣ ਨਵਾਂ ਜ਼ਮਾਨਾ ਆ। ਬੱਚੇ ਨੂੰ ਥੋੜੀ ਬੜੀ ਆਜ਼ਾਦੀ ਦੇਣੀ ਬਣਦੀ ਹੈ ਵੀਰ ਜੀ। ਬਿਲਕੁਲ ਜੀ, ਰਾਈਟ, ਜ਼ਿਆਦਾ ਮੈਨੂੰ ਪਰ ਥੋੜੀ ਬੜੀ ਆਜ਼ਾਦੀ ਦੇਣੀ ਬਣਦੀ ਹੈ। ਉਹ ਦਿਨ ਗਏ ਜਦੋਂ ਤੁਸੀਂ ਬੱਚੇ ਨੂੰ ਹੁਕਮ ਕਰ ਸਕੋਗੇ ਵੀ ਇੱਥੇ ਬੈਠ, ਇੱਥੇ ਉੱਠ। ਤੇ ਅੱਜ ਕੱਲ੍ਹ ਬੱਚੇ ਦੇ ਨਾਲ ਚੱਲਣਾ ਹੁੰਦਾ, ਉਹ ਡਿਕਟੇਟ ਨਹੀਂ ਕਰ ਹੁੰਦਾ। ਬਿਲਕੁਲ, ਮੈਨੂੰ ਯਾਦ ਹੈ ਜਦੋਂ ਮੈਂ ਟੀਚਰ ਪਹਿਲੀ ਵਾਰੀ ਆ ਕੇ ਕੈਨੇਡਾ ਦੇ ਵਿੱਚ ਪੜ੍ਹਾਉਣ ਲੱਗਾ, ਤਾਂ ਕਿੰਡਰਗਾਰਟਨ ਦਾ ਬੱਚਾ ਮੈਨੂੰ ਮੇਰਾ ਨਾਂ ਲੈ ਕੇ ਬੁਲਾ ਰਿਹਾ ਸੀ ਨਾ। ਅੱਛਾ ਜੀ। ਤੇ ਮੈਂ ਉੱਥੇ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦਾ ਆਇਆ ਸੀ। ਉਹ ਸਰ ਕਹਿ ਕੇ ਬੁਲਾਉਂਦੇ ਸੀ ਇੰਡੀਆ ਦੇ ਵਿੱਚ ਨਾ। ਤਾਂ ਮੈਨੂੰ ਲੱਗੇ ਵੀ ਇੱਕ 4-5 ਸਾਲ ਦਾ ਬੱਚਾ ਮੈਨੂੰ ਨਾਂ ਲੈ ਕੇ ਬੁਲਾਉਂਦਾ ਹੈ ਨਾ, ਵੀ ਕਿੱਦਾਂ ਦਾ। ਪਰ ਹੌਲੀ ਹੌਲੀ ਜਦੋਂ ਆਪ ਸਿੱਖੀਆਂ ਚੀਜ਼ਾਂ ਕਿ ਇੱਥੇ ਇਹੀ ਕਲਚਰ ਆ, ਉਹ ਪਹਿਲਾਂ ਔੜ ਲੱਗਦਾ ਸੀਗਾ, ਫਿਰ ਠੀਕ ਲੱਗਣ ਲੱਗ ਗਿਆ। ਇਸੇ ਤਰ੍ਹਾਂ ਪੇਰੈਂਟ ਹੋਣ ਦੇ ਨਾਤੇ ਵੀ ਦੇਖਿਆ ਕਿ ਬੱਚਿਆਂ ਨੂੰ ਪਾਲਣ ਦੇ ਵਿੱਚ ਸਾਨੂੰ ਕਈ ਚੀਜ਼ਾਂ ਬਦਲਣੀਆਂ ਪੈਣੀਆਂ ਜੀ, ਇੱਥੋਂ ਦੇ ਸਮਾਜ ਦੇ, ਇੱਥੋਂ ਦੇ ਸਿਸਟਮ ਨਾਲ ਸਾਨੂੰ ਚੱਲਣਾ ਪੈਣਾ। ਬਿਲਕੁਲ ਜੀ ਸਰ, ਪੇਰੈਂਟਸ ਨੂੰ, ਟੀਚਰਸ ਨੂੰ ਵੀ, ਐਡਮਿਨਿਸਟ੍ਰੇਸ਼ਨ ਨੂੰ ਵੀ। ਹੁਣ ਤਾਂ ਮੈਂ ਪ੍ਰਿੰਸੀਪਲ ਵੀਰ ਜੀ, ਪਰ ਮੈਨੂੰ ਤੁਸੀਂ ਆਪਣੇ ਆਫਿਸ ਵਿੱਚ ਬੈਠਿਆ ਘਰ ਦੇਖੋਗੇ, ਮੈਂ ਬਸ ਦੌੜਦਾ ਹੀ ਹੁੰਦਾ, ਕਦੇ ਇਸ ਪਾਸੇ ਕਦੇ ਉਸ ਪਾਸੇ। ਬੱਚਿਆਂ ਨਾਲ ਖੇਲ ਲਈਦਾ ਹੈ, ਲੰਚ ਟਾਈਮ ਤੇ ਬਾਹਰ ਖੇਲਦੇ, ਬਾਸਕਟਬਾਲ, ਸੌਕਰ, ਕਦੇ ਉਹਨਾਂ ਨਾਲ ਮਿਲ ਜਾਈਦਾ ਹੈ। ਸਾਡਾ ਟੇਬਲ ਟੈਨਿਸ, ਇੱਕ ਪਿੰਗ ਪੌਂਗ ਟੇਬਲ ਲਿਆ ਆ, ਉੱਥੇ ਬੱਚੇ ਨਾਲ ਖੇਲੀਦਾ ਆ। ਬੱਚੇ ਬੜੇ ਖੁਸ਼ ਹੁੰਦੇ ਨੇ ਵੀ ਨਾ ਸਾਡੇ ਟੀਚਰ, ਸਾਡੇ ਪ੍ਰਿੰਸੀਪਲ ਨਾਲ ਖੇਲਦੇ ਨੇ। ਹੁਣ ਇੱਕ ਨਵੀਂ ਚੀਜ਼ ਆ ਰਹੀ ਹੈ, ਸਮਾਰਟ ਕਲਾਸਰੂਮ। ਉਹ ਆਪਣੇ ਕੋਲੇ ਹੈਗੀ ਆ ਵੀਰ ਜੀ? ਸਾਡਾ ਹਰ ਕਲਾਸ ਸਮਾਰਟ ਕਲਾਸਰੂਮ ਹੈ। ਅੱਛਾ ਜੀ। ਅੱਜ ਟੈਕਨੋਲੋਜੀ ਤੋਂ ਬਿਨਾਂ ਤੁਸੀਂ ਜੀ ਨਹੀਂ ਸਕਦੇ ਜੀ। ਨਹੀਂ ਜੀ ਸਕਦੇ। ਬਿਲਕੁਲ ਇੱਕ ਹਕੀਕਤ ਹੈ। ਹਾਂਜੀ। ਸੋ ਸਾਡੇ ਹਰ ਕਲਾਸਰੂਮ ਵਿੱਚ ਸਮਾਰਟ ਬੋਰਡ ਲੱਗੇ ਨੇ, ਬਿਲਕੁਲ ਟੈਕਨੋਲੋਜੀ ਦੇ ਅਪ ਟੂ ਡੇਟ ਨੇ। ਅੱਛਾ ਜੀ। ਫਿਰ ਪੇਰੈਂਟਸ ਨੂੰ ਅੱਗੇ ਹੁੰਦਾ ਸੀਗਾ ਜੀ, ਬੱਚੇ ਨੂੰ ਏਜੰਡਾ ਬੁੱਕ ਮਿਲਦੀ ਸੀ ਪਹਿਲੇ ਸਮੇਂ 10-15 ਸਾਲ ਪਹਿਲਾਂ, ਉਹਦੇ ਵਿੱਚ ਹੋਮਵਰਕ ਜਾਂ ਜੋ ਕੰਸਰਨ ਨੇ ਉਹ ਲਿਖੇ ਜਾਂਦੇ ਸੀ। ਹੁਣ ਟੀਚਰ ਪੇਰੈਂਟਸ ਨਾਲ ਕਿਵੇਂ ਕਨੈਕਟ ਨੇ ਜੀ ਤੁਹਾਡੇ ਸਕੂਲ ਦੇ? ਏਜੰਡਾ ਬੁੱਕਸ ਤਾਂ ਹਜੇ ਵੀ ਚੱਲਦੀ ਹੈ ਜੀ। ਹਾਂਜੀ। ਤੇ ਅਸੀਂ ਇੰਟਰਨੈਟ ਤੇ ਵੀ ਈਮੇਲ ਵੀ ਪਾ ਦਿੰਦੇ ਹਾਂ, ਪਰ ਸਮੱਸਿਆ ਥੋੜੀ ਜਿਹੀ ਇਹ ਹੈ ਵੀ ਆਪਣੇ ਸਾਰੇ ਪੇਰੈਂਟਸ ਟੈਕਨੋਲੋਜੀ ਨਾਲ ਕਨੈਕਟਡ ਨਹੀਂ ਹੈਗੇ। ਸੋ ਬੱਚੇ ਹੈਗੇ ਨੇ ਪਰ ਪੇਰੈਂਟਸ ਨਹੀਂ ਹੈਗੇ। ਸੋ ਇਸ ਕਰਕੇ ਅਸੀਂ ਬੱਚੇ ਨੂੰ ਟੈਕਨੋਲੋਜੀ ਹਰ ਤਰ੍ਹਾਂ ਸਿਖਾਈ ਦੀ ਹੈ, ਪਰ ਪੇਰੈਂਟਸ ਨਾਲ ਕਨੈਕਸ਼ਨ ਜੋ ਰੱਖਣਾ ਹੈ ਉਹ ਅਸੀਂ ਆਮ ਤੌਰ ਤੇ ਫੋਨ ਤੇ, ਮੈਂ ਟੀਚਰ ਨੂੰ ਕਿਹਾ ਵੀ ਪਹਿਲੀ ਗੱਲ ਤੇ ਕੋਈ ਗੱਲ ਹੁੰਦੀ ਹੈ ਪੇਰੈਂਟਸ ਨੂੰ ਫੋਨ ਕਰੋ, ਕਿਉਂਕਿ ਹਰ ਕੋਈ ਈਮੇਲ ਦੇ ਨਾਲ ਅੱਜ ਕੱਲ੍ਹ ਕਨੈਕਟਡ ਹਜੇ ਨਹੀਂ ਹੈਗਾ। ਹਲੇ ਨਹੀਂ ਹੈਗਾ। ਹਾਂਜੀ। ਤੇ ਫਿਰ ਜੀ ਸਕੂਲ ਦੇ ਵਿੱਚ ਕੋਈ ਬੱਚੇ ਨੂੰ ਖੇਡਦਿਆਂ ਕੋਈ ਸੱਟ ਫੇਟ ਜਾਂ ਕੋਈ ਹੋਰ ਇਹੋ ਜਿਹੀ ਗੱਲ ਹੋ ਜਾਂਦੀ ਹੈ, ਫਿਰ ਉਸ ਫਸਟ ਏਡ ਦਾ ਵੀ ਕੋਈ? ਵੀਰ ਜੀ ਸਾਡੇ ਫਸਟ ਏਡ ਤੇ ਟੀਚਰਸ ਬਹੁਤ ਹੈਗੇ ਨੇ। ਅੱਛਾ। ਤੇ ਹੋ ਜਾਂਦਾ ਐਵਰੀਡੇ ਕੋਈ ਨਾ ਕੋਈ ਥੋੜੀ ਮਸਾ ਹੋਣਾ ਹੀ ਆ ਜੀ। ਹੋਣਾ ਜੀ, ਇਹ ਤਾਂ ਐਕਸਪੈਕਟਡ ਹੈ। ਜਿੱਥੇ ਬੱਚੇ ਨੱਚਦੇ ਨੇ ਉੱਥੇ ਸੱਟ ਲੱਗ ਜਾਂਦੀ ਹੈ। ਤੇ ਸਾਡੇ ਫਰੰਟ ਰਿਸੈਪਸ਼ਨ ਦੇ ਸਾਡੇ ਕੰਮ ਕਰਦੇ ਉਹ ਫਸਟ ਏਡ ਪੂਰਾ ਉਹਨਾਂ ਲਿਆ ਹੈ। ਸਾਡਾ ਪੂਰਾ ਨਰਸ ਰੂਮ ਹੈਗਾ ਆ। ਸੋ ਜਿਸ ਤਰ੍ਹਾਂ ਵੀ ਕੋਈ ਐਸੀ ਗੱਲ ਹੋਵੇ ਅਸੀਂ ਉਸ ਤਰ੍ਹਾਂ ਸੰਭਾਲ ਲਈਦੀ ਹੈ। ਜੇ ਕੋਈ ਬੱਚਾ ਸਿੱਕ ਹੋ ਜਾਂਦਾ ਜੀ ਦਿਨ ਨੂੰ, ਹਾਂਜੀ, ਫਿਰ ਉਹਦਾ ਕੀ ਕਰਦੇ ਹੋ? ਸਾਡੇ ਕੋਲ ਜੀ ਪੂਰਾ ਸਿਕ ਰੂਮ ਹੈਗਾ ਆ, ਇੱਕ ਬੈੱਡ ਹੈਗੀ, ਉਹ 'ਚ ਅਲੱਗ ਕਮਰਾ ਹੈ। ਬੱਚਾ ਕੋਈ ਢਿੱਲਾ ਉੱਥੇ ਜਾ ਕੇ ਲੰਮਾ ਪੈ ਸਕਦਾ ਆ। ਜੇ ਪੇਰੈਂਟਸ ਨੂੰ ਫੋਨ ਕਰ ਦਿੱਤਾ ਤੇ ਕੋਈ ਐਮਰਜੈਂਸੀ ਹੋਵੇ ਤਾਂ ਅਸੀਂ ਰਾਈਟ ਅਵੇ ਐਂਬੂਲੈਂਸ ਨੂੰ ਫੋਨ ਕਰ ਲਈਦਾ। ਹਾਂਜੀ, ਠੀਕ ਹੈ ਜੀ। ਆਪਣੇ ਕੋਲ 2 ਮਿੰਟ ਰਹਿ ਗਏ ਜੀ। ਹਾਂਜੀ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੂਰੀ ਕੌਮ ਨੂੰ? ਪੂਰੀ ਕੌਮ ਨੂੰ ਜੀ ਮੈਂ ਜ਼ਿਆਦਾਤਰ ਪੇਰੈਂਟਸ ਨੂੰ ਇਹੀ ਕਹਾਂਗਾ ਵੀ ਬੱਚਿਆਂ ਦੇ ਨਾਲ ਤੁਸੀਂ ਰਲੋ ਮਿਲੋ। ਬੱਚੇ ਆਪਣਾ ਕੰਮਕਾਰ ਕਰਦੇ ਨੇ, ਉਹਨਾਂ ਦੇ ਨਾਲ ਕੰਮਕਾਰ ਕਰੋ। ਇੱਦਾਂ ਨਾ ਹੋਵੇ ਬੱਚੇ ਖੁੰਝੇ ਲਾ ਕੇ ਬਹਿ ਜਾਣ ਤੇ ਤੁਸੀਂ ਹੋਰ ਪਾਸੇ ਬੈਠੋ। ਬੱਚਿਆਂ ਦੇ ਨਾਲ ਤੁਸੀਂ ਰਲੋ ਮਿਲੋ, ਬੱਚੇ ਦੇ ਨਾਲ ਖੇਲੋ, ਬੱਚਿਆਂ ਦੇ ਨਾਲ ਕੰਮ ਕਰੋ, ਉਹਨਾਂ ਨੂੰ ਆਪਣੇ ਨਾਲ ਕਿਸੇ ਤਰ੍ਹਾਂ ਰਲਾਓ। ਤੇ ਬੱਚਿਆਂ ਨੂੰ ਮੈਂ ਇਹ ਕਹਾਂਗਾ ਵੀ ਸਕੂਲ ਵਿੱਚ ਤੁਹਾਨੂੰ ਕੋਈ ਸਮੱਸਿਆ ਹੁੰਦੀ ਆ, ਤੁਸੀਂ ਆਪਣੇ ਟੀਚਰ ਨੂੰ ਪਲੀਜ਼ ਜ਼ਰੂਰ ਜਾ ਕੇ ਮਿਲੋ। ਟੀਚਰ ਤੁਹਾਡੀ ਜ਼ਰੂਰ ਹੈਲਪ ਕਰਨਗੇ। ਹੁਣ ਇਹਦੇ ਨਾਲ ਜੀ ਜਾਂਦੇ ਮੈਂ 1-2 ਗੱਲਾਂ, ਮੇਰੇ ਬੀਗਾ ਟੀਚਰ ਨਾਲ ਕਈ ਸਵਾਲ ਹੁੰਦੇ ਆ। ਹਾਂਜੀ। ਉਹ ਮੈਂ ਕਹਿੰਦਾ ਅੱਜ ਮੈਨੂੰ ਪ੍ਰਿੰਸੀਪਲ ਸਾਹਿਬ ਮਿਲੇ, ਦੱਸੋ ਜੀ, ਤਾਂ ਮੈਂ ਉਹ ਕੱਢ ਲਵਾਂ ਉਹ ਗੱਲਾਂ ਜਿਹੜੀਆਂ ਹੈਗੀਆਂ ਨਾ ਸਾਡੇ ਦੇਖਣ ਵਾਲਿਆਂ ਦੇ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਣਗੀਆਂ। ਹਾਂਜੀ ਹਾਂਜੀ। ਕਿ ਟੀਚਰ, ਬੱਚਾ ਤੇ ਪੇਰੈਂਟ, ਹਾਂਜੀ, ਇਹ 3 ਪੁਆਇੰਟ ਨੇ ਜੀ ਇਸ ਇੱਕ ਬੱਚੇ ਦੀ ਜ਼ਿੰਦਗੀ ਨੂੰ ਬਣਾਉਣ ਦੇ ਵਿੱਚ। ਬਿਲਕੁਲ ਜੀ। ਇਹਨਾਂ ਦਾ ਆਪਸ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਤੁਹਾਡੇ ਪੈਕ ਵੀ ਬਣੀ ਹੋਈ ਹੈ ਜੀ, ਪੇਰੈਂਟਸ ਦੀ ਜਿਹੜੀ ਟੀਚਰ ਪੇਰੈਂਟਸ ਐਸੋਸੀਏਸ਼ਨ, ਹਾਂਜੀ, ਉਹਦਾ ਕਿੱਡਾ ਕੁ ਵੱਡਾ ਰੋਲ ਹੈ? ਬਹੁਤ ਵੱਡਾ ਰੋਲ ਹੈ ਜੀ। ਤਾਂ ਤੁਸੀਂ ਕਿਹਾ ਵੀ ਬੱਚਾ, ਪੇਰੈਂਟਸ, ਟੀਚਰ ਇੱਕ ਟ੍ਰਾਇੰਗਲ ਵਾਂਗ ਰਿਹਾ। ਬਿਲਕੁਲ ਜੀ। ਇਹ 3 ਖੁੰਝੇ ਤੁਸੀਂ ਬਿਲਕੁਲ ਮਿਲ ਕੇ ਕੰਮ ਕਰਨਗੇ ਤਾਂ ਬੱਚੇ ਦਾ ਹੀ ਫਾਇਦਾ ਹੋਣਾ ਹੈ। ਤੇ ਬੱਚੇ ਦਾ ਫਾਇਦਾ ਹੋ ਤਾਂ ਆਪਣੀ ਸਾਰੇ ਕਮਿਊਨਿਟੀ ਦਾ ਫਿਊਚਰ ਹੈ ਜੀ। ਬਿਲਕੁਲ ਜੀ, ਬਹੁਤ ਜ਼ਰੂਰੀ ਗੱਲ ਹੈ। ਸੋ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਸਕੂਲ, ਜੇ ਤੁਹਾਡੇ ਬੱਚੇ ਕਿਸੇ ਵੀ ਸਕੂਲ 'ਚ ਪੜ੍ਹਦੇ ਆ, ਹਾਂਜੀ, ਤਾਂ ਉਹਦੀ ਪੈਕ ਦੇ ਵਿੱਚ ਜ਼ਰੂਰ ਇਨਵੋਲਵ
ਜ਼ਰੂਰ ਹੋ। ਮੈਂ ਦੇਖਿਆ ਵੀ ਜਿਹੜੇ ਪੇਰੈਂਟਸ ਸਫਲ ਨੇ, ਜਿਹੜੇ ਬੱਚੇ ਸਫਲ ਨੇ, ਉਹਨਾਂ ਦੇ ਪੇਰੈਂਟਸ ਐਜੂਕੇਸ਼ਨ ਵਿੱਚ ਇਨਵੋਲਵਡ ਨੇ। ਤੁਸੀਂ ਸਕੂਲ ਜਾਓ, ਸਕੂਲ ਵਿੱਚ ਸਮਾਂ ਸਪੈਂਡ ਕਰੋ, ਬੱਚਿਆਂ ਨੂੰ ਦੇਖੋ, ਟੀਚਰਸ ਨੂੰ ਮਿਲੋ, ਇਨਵੋਲਵ ਹੋਵੋ ਕਿਸੇ ਤਰ੍ਹਾਂ ਵੀ, ਵੋਲੰਟੀਅਰ ਕਰੋ ਜੀ। ਤੁਸੀਂ ਸਕੂਲ ਵਿੱਚ ਵੋਲੰਟੀਅਰ ਕਰੋਗੇ ਤੁਹਾਨੂੰ ਬਹੁਤ ਹੀ ਖੁਸ਼ੀ ਮਿਲੇਗੀ ਵੀ ਤੁਸੀਂ ਆਪਣੇ ਬੱਚੇ ਦੀ ਐਜੂਕੇਸ਼ਨ ਦਾ ਇੱਕ ਹਿੱਸਾ ਬਣ ਰਹੇ ਹੋ। ਸੋ ਬਾਹਰੋਂ ਵੀ ਕੋਈ ਸਪੀਕਰ ਆ ਕੇ ਜੀ ਸਕੂਲ ਦੇ ਵਿੱਚ ਵੱਖਰੇ ਵੱਖਰੇ ਵਿਸ਼ਿਆਂ 'ਤੇ ਕੋਈ ਸੈਮੀਨਾਰ ਹੁੰਦੇ ਰਹਿੰਦੇ ਇਹੋ ਜਿਹੇ? ਵੀਰ ਜੀ ਕੋਈ ਹਫ਼ਤਾ ਹੋਊਗਾ ਜਦੋਂ ਕੋਈ ਬਾਹਰੋਂ ਨਹੀਂ ਆਉਂਦਾ। ਅੱਛਾ ਜੀ। ਹਾਂਜੀ, ਸਾਡੇ ਪਿਛਲੇ ਹਫ਼ਤੇ ਇੱਕ ਆਇਆ ਸੀਗਾ ਟੀਚਰ, ਡਾਇਬੀਟਿਸ ਦੀ ਐਕਸਪਰਟ ਸੀਗੀ। ਅੱਛਾ। ਮੈਂ ਕਿਹਾ ਹੈਲੋਇਨ ਆ ਰਹੀ ਹੈ, ਬੱਚੇ ਕੈਂਡੀ ਖਾਂਦੇ ਨੇ, ਬਿਲਕੁਲ ਤਾਂ ਅਸੀਂ ਕੈਂਡੀ ਨਹੀਂ ਅਲਾਉ ਕਰਨੀ। ਤਾਂ ਸੋ ਉਹ ਛੋਟੇ ਬੱਚੇ ਨੂੰ ਆ ਕੇ ਉਹਨੂੰ ਪ੍ਰੈਜੈਂਟੇਸ਼ਨ ਦਿੱਤੀ ਤੇ ਫਰੂਟ ਲਿਆਂਦਾ ਬੱਚਿਆਂ ਵਾਸਤੇ, ਤੇ ਖਾ ਲਿਆ ਵੀ ਫਰੂਟ ਖਾਓ, ਕੈਂਡੀ ਨਾ ਖਾਓ। ਤੇ ਨੈਕਸਟ ਵੀਕ ਫਿਰ ਉਹ ਆ ਰਹੀ ਆ ਆਪਣੇ ਬੜੇ ਬੱਚਿਆਂ ਨਾਲ ਗੱਲਬਾਤ ਕਰਨ ਨੂੰ। ਕੋਈ ਹਫ਼ਤਾ ਹੋ ਜਦੋਂ ਕੋਈ ਬਾਹਰਲਾ ਸਪੀਕਰ ਨਹੀਂ ਆਉਂਦਾ। ਅੱਛਾ ਜੀ। ਹਾਂਜੀ ਪ੍ਰਿੰਸੀਪਲ ਸਾਹਿਬ ਬਹੁਤ ਵਧੀਆ ਜੀ, ਸਾਨੂੰ ਇਸ ਸਕੂਲ ਤੋਂ ਤੁਹਾਤੋਂ ਬਹੁਤ ਆਸਾਂ ਨੇ। ਅਰਦਾਸ ਕਰਦੇ ਹਾਂ ਕਿ ਤੁਹਾਡਾ ਸਕੂਲ ਚੜ੍ਹਦੀ ਕਲਾ 'ਚ ਰਹੇ ਜੀ। ਥੈਂਕ ਯੂ ਜੀ। ਤੁਸੀਂ ਵੀ ਵੱਧ ਚੜ੍ਹ ਕੇ ਕੌਮ ਦੀ ਸੇਵਾ ਕਰਦੇ ਰਹੋ। ਥੈਂਕ ਯੂ ਜੀ। ਮੈਂ ਕਹਿੰਦਾ ਵੀ ਸਾਡੀ ਸਾਥ ਨਾਲ ਕੋਈ ਇੱਕ ਬੱਚਾ ਵੀ ਜੇ ਬਚ ਜਾਵੇ, ਬਿਲਕੁਲ ਜੀ, ਤਾਂ ਇੱਕ ਸੋਹਣੀ ਗੱਲ ਹੈ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਫਿਰ ਵੀ ਆਉਣ ਵਾਲੇ ਸਮੇਂ ਜੀ ਜ਼ਰੂਰ ਆ ਕੇ ਸਾਡੇ ਨਾਲ ਸਾਂਝ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਜੀ। ਇਹ ਸਨ ਗੋਬਿੰਦ ਸਰਵਿਸ ਸਕੂਲ ਦੇ ਪ੍ਰਿੰਸੀਪਲ ਸਰ ਸੁਖਵੀਰ ਸਿੰਘ ਬਲੀਨਾ। ਇਹਨਾਂ ਨੇ ਬੱਚਿਆਂ ਨੂੰ ਕਿਵੇਂ ਪਾਲੀਏ, ਬੱਚਿਆਂ ਨੂੰ ਸਕੂਲ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਤੁਹਾਡੇ ਬੱਚੇ ਜਿਹੜੇ ਮਰਜ਼ੀ ਸਕੂਲ 'ਚ ਪੜ੍ਹਦੇ ਆ, ਇਹ ਗੱਲਾਂ ਹਰ ਥਾਂ 'ਤੇ ਹਰ ਦੇਸ਼ ਦੇ ਵਿੱਚ ਕੰਮ ਆਉਣ ਵਾਲੀਆਂ ਨੇ। ਸਾਡੇ ਜਿਹੜੇ ਬੱਚੇ ਨੇ, ਅਸਲੀ ਧਨ ਸਾਡਾ ਇਹੀ ਆ। ਅਦਰਵਾਇਜ਼ ਬਣਾਏ ਵੱਡੇ ਵੱਡੇ ਘਰ, ਮਹਿੰਗੀਆਂ ਕਾਰਾਂ ਕਿਸੇ ਕੰਮ ਨਹੀਂ ਰਹਿੰਦੀਆਂ ਜਦੋਂ ਬੱਚਾ ਟਰੈਕ ਤੋਂ ਲੈ ਜਾਂਦਾ। ਆਪਣੇ ਬੱਚਿਆਂ ਨੂੰ ਸਹੀ ਟਰੈਕ 'ਤੇ ਰੱਖਣ ਲਈ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕੰਮ ਕਰੀਏ। ਸਾਡਾ ਪ੍ਰਾਈਮ ਏਸ਼ੀਆ TV ਦਾ ਵੀ ਇਹੀ ਮਕਸਦ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਈਏ ਅਤੇ ਉਹਨਾਂ ਨੂੰ ਚੰਗੀਆਂ ਪੋਜੀਸ਼ਨਾਂ 'ਤੇ, ਚੰਗੇ ਅਹੁਦਿਆਂ 'ਤੇ ਦੇਖਣ ਦੇ ਚਾਹਵਾਨ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।